ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੁਣ ਅੱਜ ਅਸੀਂ ਕਾਫੀ ਦਿਨ ਹੋ ਗਏ ਲਾਈਵ ਕੀਤਿਆਂ ਨੂੰ, ਅਤੇ ਅਸੀਂ ਸੋਚਿਆ ਕਿ ਅਸੀਂ ਮਾੜਾ ਜਿਹਾ ਅੱਜ ਅਪਡੇਟ ਕਰ ਦਈਏ ਕੀ ਹੋ ਰਿਹਾ ਕਿ ਨਹੀਂ ਹੋ ਰਿਹਾ। ਅਤੇ ਪਹਿਲਾਂ ਤਾਂ ਅਸੀਂ ਹਰ ਵਾਰੀ ਧੰਨਵਾਦ ਕਰਦੇ ਸਾਰੀਆਂ ਟੀਮਾਂ ਦਾ, ਸਾਰੇ ਸੇਵਾਦਾਰਾਂ ਦਾ, ਅਤੇ ਕਿਸਾਨ ਯੂਨੀਅਨ ਅਤੇ ਹੋਰ ਵੀ ਲੀਡਰਸ਼ਿਪ ਜਿਹੜੇ ਇਸ ਵੇਲੇ ਮੋਹਰੇ ਹੋਏ ਹੋ ਆ, ਉਹਨਾਂ ਸਾਰਿਆਂ ਦਾ ਭਈ ਜੋ ਤੁਸੀਂ ਅੰਦੋਲਨ 'ਤੇ ਕਰ ਰਹੇ ਆ। ਸੋ ਮੈਂ ਵੀ ਘੜੀ ਲਾਈਵ ਕਰਨਾ ਚਾਹੁੰਦਾ ਅੱਜ ਕੱਲ੍ਹ, ਕਿਉਂਕਿ ਇਹ ਨਹੀਂ ਭਈ ਹਰ ਰੋਜ਼ ਹੀ ਐਵੇਂ ਬਸ ਜਿਹੜੀਆਂ ਗੱਲਾਂ ਪਹਿਲਾਂ ਉਹ ਰਿਪੀਟ ਕਰੀ ਜਾਈਏ। ਅਤੇ ਹੁਣ ਵੀ ਮੈਂ ਦੇਖਿਆ ਸੀਗਾ ਭਈ ਕਿਸਾਨਾਂ ਦੀਆਂ ਮੀਟਿੰਗਾਂ ਹੁਣ ਹੋਈਆਂ ਅੱਜ ਵੀ ਗੌਰਮੈਂਟ ਦੇ ਨਾਲ, ਅਤੇ ਕੁਛ ਉੱਥੇ ਹੀ ਪੁਆਇੰਟਸ ਰਹਿ ਗਏ ਜਿਹੜੇ ਕਰਨੇ ਚਾਹੀਦੇ ਸੀਗੇ। ਸੋ ਪਹਿਲਾਂ ਅਸੀਂ ਦੋ ਤਿੰਨ ਗੱਲਾਂ ਕਰਦੇ ਹਾਂ ਹੋਰ। ਤਾਂ ਪਹਿਲਾਂ ਜਿਹੜੀ ਨੋਬੈਲ ਪੀਸ ਪ੍ਰਾਈਜ਼ ਜਿਹੜੀ ਨੋਮੀਨੇਸ਼ਨ ਹੋਈ ਆ ਖਾਲਸਾ ਏਡ ਨੂੰ, ਜਿਹੜੇ ਸਾਡੇ ਭਈ ਤੁਸੀਂ ਸੰਗਤ ਸਾਹਿਬ ਜਿਹੜੇ ਵੀ ਸਾਰੇ ਪਤਾ ਵੀ ਨੋਬਲ ਪੀਸ ਪ੍ਰਾਈਜ਼ ਇੱਕ ਬਹੁਤ ਵੱਡਾ ਪੀਸ ਪ੍ਰਾਈਜ਼ ਆ ਦੁਨੀਆ ਦੇ ਵਿੱਚ, ਜਿਹੜੇ ਭਈ ਉਹਨਾਂ ਨੂੰ ਆਰਗੇਨਾਈਜੇਸ਼ਨ ਜਾਂ ਇੱਕ ਇੰਡੀਵਿਜੂਅਲ ਦਿੱਤੀ ਜਾਂਦੀ ਆ ਜਿਹੜੇ ਭਈ ਕਾਫੀ ਦੁਨੀਆ 'ਚ ਕੋਈ ਚੇਂਜਸ ਲਿਆਉਂਦੇ ਆ ਜਾਂ ਪੋਜ਼ੀਟਿਵ ਚੇਂਜਸ ਲਿਆਉਂਦੇ। ਸੋ ਖਾਲਸਾ ਏਡ ਨੇ 21 ਸਾਲ ਦੇ ਵਿੱਚ ਬਹੁਤ ਹੀ ਪਿਆਰ ਸਤਿਕਾਰ, ਹੁਣ ਦੇਖੋ ਖਾਲਸਾ ਏਡ ਦੀਆਂ ਟੀਮਾਂ ਸਾਰੇ ਪਾਸੇ ਅਮਰੀਕਾ, ਕੈਨੇਡਾ, ਆਸਟ੍ਰੇਲੀਆ, UK ਅਤੇ ਇੰਡੀਆ ਵਿੱਚ ਵੀ ਜਿਹੜੇ ਜੁੜੇ ਹੋ ਖਾਲਸਾ ਏਡ ਨਾਲ, ਉਹ ਜਿਹੜਾ 21 ਸਾਲ ਦੀ ਸੇਵਾ ਦੇਖ ਕੇ, 21 ਸਾਲ ਦਾ ਪਿਆਰ ਦੇਖ ਕੇ ਉਹ ਨਾਲ ਜੁੜ ਰਹੇ ਆ। ਅਤੇ ਕਾਫੀ ਪਿਆਰ ਆ ਸੰਗਤ ਦਾ ਖਾਲਸਾ ਏਡ ਨਾਲ, ਅਤੇ 21 ਸਾਲ ਦੇ ਵਿੱਚ ਬਹੁਤ ਹੀ ਪੋਜ਼ੀਟਿਵ ਚੇਂਜ ਆਏ ਆ। ਅਤੇ ਅਸੀਂ ਜਿਹੜੀ ਸਾਡੀ ਨੌਜਵਾਨ ਪੀੜ੍ਹੀ ਆ ਉਹ ਇਨਸਾਨੀਅਤ ਦੇ ਨਾਲ, ਪਿਆਰ ਨਾਲ ਅਤੇ ਜੁੜ ਕੇ ਕਾਫੀ ਜਿੱਦਾਂ ਆਪਣੇ ਪੰਜਾਬ ਹੋਵੇ ਜਾਂ ਹੋਰ ਵੀ ਮਿਡਲ ਈਸਟ ਹੋਵੇ ਜਾਂ ਅਫਰੀਕਾ ਹੋਵੇ, ਉੱਥੇ ਸੇਵਾ ਚੱਲਦੀਆਂ ਅਤੇ ਇੱਕ ਬਹੁਤ ਵੱਡਾ ਡਿਫਰੈਂਸ ਕਰ ਰਹੇ ਆ। ਉਹ ਦੇਖ ਕੇ ਜਿਹੜੇ ਭਈ ਕੈਨੇਡਾ ਦੇ MP ਆ ਉਹਨਾਂ ਨੇ ਟਿਮ ਉਪਲਹਣਾ ਅਤੇ ਹੋਰ ਵੀ MPਆਂ ਨੇ ਚਿੱਠੀ ਲਿਖੀ ਆ ਨੋਬੈਲ ਪੀਸ ਪ੍ਰਾਈਜ਼ ਵਾਲਿਆਂ ਨੂੰ, ਭਈ ਖਾਲਸਾ ਏਡ ਨੇ 21 ਸਾਲ ਦੇ ਵਿੱਚ ਬਹੁਤ ਪ੍ਰਾਪਤੀ ਕੀਤੀ ਸੇਵਾ ਦੀ, ਅਤੇ ਉਹਨਾਂ ਨੂੰ ਇਹ ਪੀਸ ਪ੍ਰਾਈਜ਼ ਦੇ ਨੋਮੀਨੇਸ਼ਨ ਕਰਕੇ ਆਪਣੇ ਵੱਲੋਂ ਉਹਨੇ ਸਾਨੂੰ ਬਹੁਤ ਹੀ ਇੱਕ ਹੌਸਲਾ ਦਿੱਤਾ। ਅਸੀਂ ਕਦੀ ਨਾ ਪੈਸੇ ਪਿੱਛੇ ਦੌੜੇ ਨਾ ਕੁਰਸੀਆਂ ਪਿੱਛੇ, ਅਤੇ ਕਈ ਇਨਾਮ ਅਸੀਂ ਨਾ ਵੀ ਕਰ ਦਿੱਤਾ ਜਿਹੜੇ ਭਈ ਕਈ ਵਾਰੀ ਸਾਨੂੰ ਆਪਣੇ ਆਪ ਨੂੰ ਆਪਣੀ ਸੋਚ ਵੇਚਣੀ ਪੈਂਦੀ ਆ ਜਾਂ ਕਦੀ ਆਪਣੀ ਜ਼ਮੀਰ ਵੇਚਣੀ ਪੈਂਦੀ ਆ ਜੇ ਉਹ ਅਸੀਂ ਇਨਾਮ ਲੈ ਲਿਆ। ਅਸੀਂ ਉਹ ਇਨਾਮ ਨਹੀਂ ਲਏ ਕਿਉਂਕਿ ਸਾਨੂੰ ਕੋਈ ਚੀਜ਼ ਦੀ ਲਾਲਚ ਨਹੀਂ ਗਈ। ਇਹ ਜਿਹੜੀ ਨੋਬੈਲ ਪੀਸ ਪ੍ਰਾਈਜ਼ ਆ ਇਹਦੇ ਵਿੱਚ ਸਾਰੀ ਸਿੱਖੀ ਨੂੰ, ਸਾਰੀ ਦੁਨੀਆ ਦੇ ਵਿੱਚ ਜਿਹੜੇ ਸਿੱਖ ਕੌਮ ਆ, ਸਿੱਖ ਪੰਥ ਆ, ਪੰਜਾਬੀ ਆ, ਉਹਨਾਂ ਨੂੰ ਇੱਕ ਬਹੁਤ ਵੱਡਾ ਭਈ ਹੌਸਲਾ ਹੋਊਗਾ ਭਈ ਦੇਖੋ ਸਿੱਖ ਇੰਨੀ ਸੇਵਾ ਕਰਦੇ ਆ ਅਤੇ ਕਿਸੇ ਨੇ ਉਹਨਾਂ ਦੀ ਪਹਿਚਾਣ ਕੀਤੀ ਆ। ਸੋ ਜਿਹੜੀ ਨੋਬੈਲ ਪੀਸ ਪ੍ਰਾਈਜ਼ ਆ ਇਹਦੇ ਵਿੱਚ ਅਸੀਂ ਬਹੁਤ ਹੀ ਜਿੱਦਾਂ ਭਈ ਆਪਣਿਆਂ ਨੂੰ ਕਿਸਮਤ ਵਾਲੀ ਸਮਝਦੇ ਹਾਂ ਭਈ ਖਾਲਸਾ ਏਡ ਸੰਸਥਾ ਨੂੰ ਨੋਮੀਨੇਟ ਕੀਤਾ ਗਿਆ। ਅਤੇ ਸਾਰੀ ਦੁਨੀਆ ਵਿੱਚ ਅਸੀਂ ਇਹੀ ਸਾਡੀ ਅਰਦਾਸ ਆ ਭਈ ਜਿਹੜੇ ਵੀ ਨੌਜਵਾਨ ਪੀੜ੍ਹੀ ਆ ਉਹ ਵੀ ਇੱਧਰ ਸੇਵਾ 'ਚ ਲੱਗਣ, ਕਿਉਂਕਿ ਅੱਜ ਕੱਲ੍ਹ ਨਫ਼ਰਤ ਬਹੁਤ ਫੈਲ ਰਹੀ ਆ ਦੁਨੀਆ ਵਿੱਚ, ਅਤੇ ਜਦੋਂ ਸੇਵਾ ਚਾਹੋਗੇ ਤਾਂ ਪਿਆਰ ਹੀ ਪਿਆਰ ਸਾਰੇ ਪਾਸੇ ਫੈਲੂਗਾ। ਸੋ ਸਾਰੀ ਸੰਗਤ ਦਾ ਅਤੇ ਜਿਨ੍ਹਾਂ ਨੇ ਨੋਮੀਨੇਟ ਕੀਤਾ ਉਹਨਾਂ ਦਾ ਬਹੁਤ ਧੰਨਵਾਦ। ਪਿਛਲੇ ਹਫ਼ਤੇ ਦੀ ਗੱਲ ਆ, ਅਤੇ ਮੈਂ ਸੋਚਦਾ ਸੀਗਾ ਭਈ ਕਦੋਂ ਲਾਈਵ ਕਰੀਏ ਅਤੇ ਕਦੋਂ ਗੱਲ ਕਰੀਏ। 21 ਸਾਲ ਦੇ ਵਿੱਚ ਬਹੁਤ ਕੁਛ ਦੇਖਣਾ ਪਿਆ, ਅਤੇ ਇੱਕ ਵਾਰੀ ਹੁਣ ਇੱਕ ਡਾਕੂਮੈਂਟਰੀ ਬਣਾਵਾਂਗੇ ਇੱਥੇ UK ਵਿੱਚੋਂ ਥੋੜ੍ਹੇ ਚਿਰ ਨੂੰ, ਅਤੇ ਮੇਰਾ ਖਿਆਲ ਹੁਣ ਕੋਸ਼ਿਸ਼ ਕਰਾਂਗੇ 2-3 ਹਫ਼ਤੇ ਬਾਅਦ ਅਸੀਂ ਕੁਝ ਸ਼ੁਰੂ ਕਰ ਦਈਏ ਜਿਹਦੇ ਵਿੱਚ ਅਸੀਂ ਆਪਣੀ ਫੁੱਲ ਸਟੋਰੀ ਦੱਸਾਂਗੇ। 21 ਸਾਲ ਦੇ ਵਿੱਚ ਸਾਨੂੰ ਸੰਗਤ ਨੇ ਕਿੰਨਾ ਪਿਆਰ ਦਿੱਤਾ, ਅਤੇ ਸਾਨੂੰ ਆਪਣੇ ਕਈ ਜਥੇਬੰਦੀਆਂ ਨੇ ਕੋਸ਼ਿਸ਼ ਕੀਤੀ ਦੱਬਣ ਦੀ, ਕਿਉਂਕਿ ਖਾਲਸਾ ਏਡ ਉਹਨਾਂ ਜੁੜੀ ਨਹੀਂ ਗਈ, ਅਤੇ ਉਹਨਾਂ ਜਾ ਕੇ ਜੱਫੀਆਂ ਨਹੀਂ ਪਾਈਆਂ, ਅਤੇ ਉਹਨਾਂ ਨੂੰ ਬਸ ਇਹ ਲੱਗ ਗਿਆ ਭਈ ਖਾਲਸਾ ਏਡ ਨੂੰ ਦੱਬਣਾ। ਹੁਣ ਕਿੰਨੀ ਕੋਸ਼ਿਸ਼ ਕੀਤੀ ਗਈ ਦੱਬਣ ਦੀ, ਕਿੰਨੀ ਕੋਸ਼ਿਸ਼ ਕੀਤੀ ਗਈ ਸਾਨੂੰ ਖਰੀਦਣ ਦੀ, ਕਿੰਨੀ ਕੋਸ਼ਿਸ਼ ਕੀਤੀ ਗਈ ਸਾਡੇ ਮੂੰਹ ਬੰਦ ਕਰਨ ਨੂੰ, ਕਿੰਨੀਆਂ ਧਮਕੀਆਂ ਦਿੱਤੀਆਂ ਗਈਆਂ 21 ਸਾਲ ਦੇ ਵਿੱਚ, ਉਹ ਵੀ ਮੋਸਟਲੀ ਆਪਣਿਆਂ ਤੋਂ। ਸੋ ਕਈ ਵਾਰੀ ਜਦੋਂ ਤੁਸੀਂ ਸੇਵਾ ਚਾਹੁੰਦੇ ਫਿਰ ਲੱਗਦਾ ਪਤਾ ਵੀ ਕਮਿਊਨਿਟੀ ਦੇ ਵਿੱਚ ਅਸਲੀਅਤ ਕੀ ਆ। ਕਈ ਸੇਵਾ ਚਾਹੁੰਦੇ ਆ
ਪਿਆਰ ਦੇ ਨਾਲ ਤਾਂ ਫਿਰ ਬੜੇ ਅਪਸੈਟ ਹੋ ਜਾਂਦੇ ਭਈ ਅਸੀਂ ਦੇਖੇ ਨਹੀਂ ਜਾਂਦੇ ਕਦੀ ਪੋਲੀਟਿਕਸ ਇੱਦਾਂ ਦੇ, ਅਤੇ ਮੁੜ ਕੇ ਸੇਵਾ ਦੇ ਵਿੱਚੋਂ ਦੂਰ ਹੋ ਜਾਂਦੇ। ਸੋ ਇਹਦੇ ਵਿੱਚ ਅਸੀਂ ਸਾਰਿਆਂ ਨੂੰ ਧੰਨਵਾਦ ਕਰਦੇ ਹਾਂ ਜਿਹੜੇ ਇਸ ਵੇਲੇ ਨੌਜਵਾਨ ਕੁੜੀਆਂ ਮੁੰਡੇ ਜਾਂ ਬਜ਼ੁਰਗ ਸੇਵਾ ਕਰਦੇ ਉੱਥੇ ਅੰਦੋਲਨ 'ਤੇ ਦਿੱਲੀ, ਉਹਨਾਂ ਦਾ ਧੰਨਵਾਦ। ਸਾਰੀ ਸੰਸਥਾ ਦਾ, ਇਕੱਲੇ ਇੱਕ ਸੰਸਥਾ ਨਹੀਂ, ਇਕੱਲੀ ਖਾਲਸਾ ਨਹੀਂ ਗੀ, ਉੱਥੇ ਬਹੁਤ ਸੰਸਥਾ ਆ। ਅਤੇ ਮੈਂ ਤੁਹਾਨੂੰ ਆਪਣੇ ਜਿਹੜੇ ਵਿਊ ਦੇ ਰਿਹਾ ਹਾਂ, ਇਹ ਜੋ 21 ਸਾਲ ਦਾ ਤਜਰਬਾ ਜੋ ਅਸੀਂ ਦੇਖਣਾ ਚਾਹੁੰਦੇ ਹਾਂ, ਜੋ ਹੁਣ ਅਸੀਂ ਅਗਲਾ ਕਦਮ ਚੱਕਣਾ, ਉਹ ਵੀ ਤੁਹਾਡੇ ਨਾਲ ਰਲ ਮਿਲ ਕੇ ਚੱਕਣਾ। ਸੋ ਜਿਹੜੀ ਤੁਹਾਡਾ ਪਿਆਰ ਆ, ਤੁਸੀਂ ਇੰਨੇ ਦਿਆਲੂ ਆ, ਤੁਸੀਂ ਇੰਨਾ ਸਪੋਰਟ ਕਰਦੇ ਖਾਲਸਾ ਏਡ ਨੂੰ। ਹੁਣ ਲੱਖਾਂ ਲੱਖ ਰੁਪਈਏ ਤੁਸੀਂ ਸਾਡੇ ਇੰਡੀਆ ਟੀਮ ਨੂੰ ਦੇ ਰਹੇ ਆ, ਅਤੇ ਲੱਖਾਂ ਲੱਖ ਡਾਲਰ ਬਾਹਰ ਬੈਠੇ ਸਾਡੀਆਂ ਸੰਸਥਾ UK US ਕੈਨੇਡਾ, ਉਹਨਾਂ ਨੂੰ ਤੁਸੀਂ ਡੋਨੇਟ ਕਰ ਰਹੇ ਆ। ਸੋ ਇਹਦਾ ਵੀ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਬਣ ਜਾਂਦੀ ਆ ਭਈ ਇਹ ਨਾ ਸਮਝੇ ਕਿਸੇ ਇੱਕ ਬੰਦੇ ਦੀ ਦੁਕਾਨ ਆ ਜਾਂ ਇੱਕ ਕੋਈ ਬੰਦਾ ਉੱਥੇ ਇਹ ਸਾਰਾ ਭਈ ਸੰਭਾਲ ਸਕਦਾ, ਇਹ ਨਹੀਂ ਕਰ ਸਕਦੇ। ਇਹ ਸਾਰੀਆਂ ਕਮੇਟੀਆਂ ਹੋਣੀਆਂ, ਇਹਦੇ ਵਿੱਚ ਟਰਸਟੀ ਹੁੰਦੇ ਆ, ਉਹ ਟਰਸਟੀ ਵੀ ਅਸੀਂ ਹੁਣ ਸਾਰੀ ਰਿਵਿਊ ਕਰ ਰਹੇ ਹਾਂ, ਕਿਉਂਕਿ ਇਹਦੇ ਵਿੱਚ ਇਹ ਸਾਡੀ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਆ। ਕਿਉਂਕਿ ਜੇ 21 ਸਾਲ ਦੇ ਖਾਲਸਾ ਸ਼ੁਰੂ ਕੀਤੀ ਆ, ਧੱਕੇ ਖਾਧੇ ਆ ਦੁਨੀਆ ਵਿੱਚ, ਅਤੇ ਇੱਕ ਸੰਸਥਾ ਹੀ ਬਣੀ ਆ, ਇਹਦਾ ਮਤਲਬ ਵੀ ਕੋਈ ਫਾਇਦਾ ਉਠਾ ਲਵੇ ਇਹਦਾ ਨਾਂ ਯੂਜ਼ ਕਰਕੇ ਆਪਣੇ ਆਪ ਨੂੰ, ਜਿੱਦਾਂ ਭਈ ਜਿੱਦਾਂ ਵੀ ਮੈਂ ਬਹਿ ਜਾਵਾਂ ਵੱਡਾ ਬਾਬਾ ਬਣ ਕੇ, ਜਾਂ ਭਈ ਮਿਲੀਅਨਰ ਬਣ ਕੇ, ਭਈ ਕਰੋੜਪਤੀ ਬਣ ਕੇ ਮੈਂ ਆਪਣੀ ਲਾਈਫ ਸਟਾਈਲ ਮੇਰੀ ਹੋਊਗੀ, ਸਾਰੇ ਮੇਰੇ ਪਰਿਵਾਰ ਜਾਂ ਮੇਰੇ ਫਰੈਂਡਸ ਮੇਰੇ ਨਾਲ ਹੋਊਗੇ। ਨਹੀਂ, ਜਿੱਥੇ ਵੀ ਕਮੇਟੀ ਹੋਊਗੀ ਖਾਲਸਾ ਏਡ ਦੀ, ਉਹਦੇ ਵਿੱਚ ਹਰ ਤਰ੍ਹਾਂ ਦੇ ਬੰਦੇ ਹੋਊਗੇ, ਬੈਕਗਰਾਊਂਡ ਹੋਊਗਾ, ਉਹਦੇ ਵਿੱਚ ਅਕਾਊਂਟੇਬਿਲਿਟੀ, ਭਈ ਪੈਸੇ ਕਿੱਥੋਂ ਆਏ ਆ, ਕਿੰਨੇ ਆਏ ਆ, ਕਿੱਧਰ ਜਾ ਰਹੇ ਆ। ਕਿਉਂਕਿ ਹੁਣ ਮੈਂ ਤੁਹਾਨੂੰ ਦੱਸ ਰਿਹਾ ਬਿਲਕੁਲ, ਤਾਂ ਤੁਸੀਂ ਬਹੁਤ ਹੀ ਸਪੋਰਟ ਕਰ ਰਹੇ ਖਾਲਸਾ ਏਡ ਨੂੰ, ਮਾਇਆ ਦੀ, ਸਮਾਨ ਦੀ, ਇੰਡੀਆ ਵਿੱਚ ਵੀ ਲੱਖਾਂ ਤੋਂ ਲੱਖ ਰੁਪਈਏ ਉੱਧਰੋਂ ਸਮਾਨ ਵੀ ਦੇ ਰਹੇ ਆ, ਇਹ ਵੀ ਜ਼ਿੰਮੇਵਾਰੀ ਬਹੁਤ ਵੱਡੀ ਆ। ਸੋ ਜਦੋਂ ਵੀ ਕੁਛ ਖਾਲਸਾ ਏਡ ਦੇ ਵਿੱਚ ਨੈਗੇਟਿਵ ਪੋਲਿਸਿਟੀ ਆਉਂਦੀ ਆ, ਉਹ ਵੀ ਸਾਡੇ ਉੱਪਰ ਬਿਲਕੁਲ ਫਿਰ ਇੱਕ ਵੱਡੀ ਜ਼ਿੰਮੇਵਾਰੀ ਹੋਰ ਹੋ ਜਾਂਦੀ ਆ। ਉਹ ਅਸੀਂ ਸਾਰਿਆਂ ਤੋਂ ਪਹਿਲਾਂ ਤੁਹਾਡੀ ਸਲਾਹ ਦੇ ਨਾਲ, ਤੁਹਾਡੀ ਗੱਲਬਾਤ ਦੇ ਨਾਲ ਅਸੀਂ 1-2 ਹਫ਼ਤੇ ਵਿੱਚ ਚੇਂਜਸ ਲਿਆ ਰਹੇ ਸਾਰੇ ਪਾਸੇ ਦੁਨੀਆ ਵਿੱਚ। ਅਤੇ ਕਿਉਂਕਿ ਇਹ ਨਹੀਂ ਚਾਹੁੰਦੇ ਅਸੀਂ ਭਈ ਕੋਈ ਖਾਲਸਾ ਏਡ ਦੇ ਵਿੱਚ ਜਿੱਦਾਂ ਇਕੱਲਾ ਰਵੀ ਸਿੰਘ ਹੋਵੇ, ਜਾਂ ਕੋਈ ਜਤਿੰਦਰ ਸਿੰਘ ਹੋਵੇ, ਜਾਂ ਉਮਰ ਸਿੰਘ ਹੋਵੇ, ਜਾਂ ਅਮਰਪ੍ਰੀਤ ਹੋਵੇ, ਇਹ ਸਾਰੀ ਸੰਗਤ ਦੀ ਜਥੇਬੰਦੀ ਆ। ਇਹਦੇ ਵਿੱਚ ਇੱਕ ਆਦਮੀ, ਇੱਕ ਬੰਦਾ, ਇੱਕ ਔਰਤ, ਕੋਈ ਨਹੀਂ ਚੀਜ਼ ਕੰਟਰੋਲ ਕਰ ਸਕਦੇ, ਕਿਉਂਕਿ ਫਿਰ ਉਹ ਚੀਜ਼ ਉਹੀ ਬਣ ਜਾਂਦੀ ਆ ਜਿਹੜੀ ਚੀਜ਼ ਤੋਂ ਅਸੀਂ ਡਰਦੇ ਹਾਂ। ਭਈ ਕੰਟਰੋਲ ਇੱਕ ਪਰਿਵਾਰ ਦਾ ਹੋ ਗਿਆ ਜਾਂ ਇੱਕ ਬੰਦੇ ਦਾ ਹੋ ਗਿਆ, ਉਹ ਸਾਰੀ ਚੀਜ਼ ਅਸੀਂ ਰਿਵਿਊ ਕਰਾਂਗੇ। ਮੈਂ ਰਿਵਿਊ ਕਰ ਵੀ ਰਿਹਾ ਹਾਂ। ਮੇਰੀ ਹਰ ਵਾਰੀ ਇਹ ਮੇਰੀ ਹੁੰਦੀ ਆ, ਰਾਤੀ ਵੀ ਜਦੋਂ ਮੈਂ ਕਈ ਵਾਰੀ ਸੌਣ ਤੋਂ ਪਹਿਲਾਂ ਸੋਚੀਦਾ ਭਈ ਹੁਣ ਕਿਹੜੇ ਸਾਡੇ ਪਲਾਨ ਰਹਿ ਗਏ ਆ। ਇੱਕ ਬਹੁਤ ਵੱਡਾ ਪਲਾਨ ਆ ਭਈ ਅਸੀਂ ਹਰ ਵਾਰੀ ਤੁਹਾਨੂੰ ਆਪਣੇ ਜੋ ਮਨ ਦੀਆਂ ਗੱਲਾਂ ਦੱਸੀਆਂ, ਹਰ ਵਾਰੀ ਆਪਣੇ ਵਿਊਜ਼ ਦਿੱਤੇ ਆ, ਹਿਊਮਨ ਰਾਈਟਸ ਦੇ ਵਿਊ ਹੋਣ, ਪੋਲੀਟੀਕਲ ਵਿਊ ਹੋਣ, ਮੇਰੇ ਪਰਸਨਲ ਵਿਊ ਹੋਣ, ਚੈਰਿਟੀ ਦੇ ਵਿਊ ਹੋਣ। ਅਸੀਂ ਮੋਹਰੇ ਹੋ ਕੇ ਖਾਲਸਾ ਏਡ ਦੇ ਰਵੀ ਸਿੰਘ ਇੱਕ ਚਿਹਰਾ ਬਣ ਗਿਆ ਜਿਹੜਾ ਨਹੀਂ ਬਣਨਾ ਚਾਹੀਦਾ ਸੀਗਾ, ਕਿਉਂਕਿ ਕੋਈ ਬੰਦਾ ਕਿਸੇ ਸੰਸਥਾ ਦਾ ਚਿਹਰਾ ਨਹੀਂ ਬਣਨਾ ਚਾਹੀਦਾ। ਉਹ ਫਿਰ ਕਈ ਵਾਰੀ ਬਹੁਤ ਖਤਰਨਾਕ ਹੋ ਜਾਂਦਾ ਉਹ ਜਥੇਬੰਦੀ ਲਈ, ਜਦੋਂ ਕੋਈ ਬੰਦੇ ਮਾੜੇ ਕੰਮ ਕਰਨ ਲੱਗ ਪੈਂਦੇ। ਸੋ ਇਹਦੇ ਵਿੱਚ ਸਾਡਾ ਇੱਕ ਕੀ ਰੋਲ ਆ, ਕੀ ਅਸੀਂ ਚੇਂਜ ਕਰਨੇ, ਉਹ ਤਾਂ ਨਾ ਸਾਰਾ ਅਸੀਂ 1-2 ਹਫ਼ਤੇ ਵਿੱਚ ਬਹਿ ਕੇ ਸਾਰੀ ਖੁੱਲ੍ਹੀ ਗੱਲ ਕਰਾਂਗੇ ਭਈ ਕੀ ਚੇਂਜਿਸ ਹੈ। ਕਿਉਂਕਿ ਇਹ ਗੱਲ ਜਿੱਦਾਂ ਹੁਣ ਕਿਸਾਨਾਂ ਦੀ ਗੱਲ ਕਰਦੇ ਹਾਂ, ਕਿਸਾਨ ਜਾ ਕੇ ਗੌਰਮੈਂਟ ਨਾਲ ਗੱਲ ਕਰਦੇ ਆ, ਜਿਹੜੇ ਕਿਸਾਨ ਦੇ ਲੀਡਰ ਆ, ਫਿਰ ਕਿਸਾਨ ਦੇ ਲੀਡਰ ਆ ਕੇ ਇੱਕ ਦੂਜੇ ਨਾਲ ਗੱਲ ਕਰਦੇ ਆ, ਫਿਰ ਜਾ ਕੇ ਉਹ ਦੂਜਿਆਂ ਦੇ ਕਿਸਾਨਾਂ ਨਾਲ ਗੱਲਾਂ ਕਰਦੇ। ਸਾਰਾ ਕੌਂਸਲਟੇਸ਼ਨ ਆ। ਕੌਂਸਲਟੇਸ਼ਨ ਦਾ ਮਤਲਬ ਆ ਸਾਰਿਆਂ ਦਾ ਸਮਝੌਤਾ ਕਰਕੇ, ਗੱਲਬਾਤ ਕਰਕੇ ਫਿਰ ਅਸੀਂ ਆਪਣੀ ਗੱਲ ਪ੍ਰੈਜ਼ੈਂਟ ਕਰਨੀ। ਜਿਹੜੀ ਗੌਰਮੈਂਟ ਆ, ਜਿਹੜੀ 3 ਕਾਨੂੰਨ ਪਾਸ ਕੀਤੇ ਆ, ਉਹਨੇ ਕੌਂਸਲਟੇਸ਼ਨ ਨਹੀਂ ਕੀਤੀ, ਉਹਨਾਂ ਨੇ ਧੱਕਾਬਾਜ਼ੀ ਕੀਤੀ। ਅਸੀਂ ਖਾਲਸਾ ਏਡ ਦੇ ਵਿੱਚ ਤੁਹਾਡੀ ਮਾਇਆ ਲੈ ਕੇ ਅਸੀਂ ਧੱਕਾਬਾਜ਼ੀ ਨਹੀਂ ਕਰਨੀ ਚਾਹੁੰਦੇ, ਅਤੇ ਨਾ ਤੁਹਾਡੀ ਮਾਇਆ ਲੈ ਕੇ ਅਸੀਂ ਇੱਕ ਪਰਿਵਾਰ ਨੂੰ, ਇੱਕ ਬੰਦੇ ਨੂੰ, ਇੱਕ ਫਰੈਂਡਸ ਨੂੰ ਕੋਈ ਪਾਵਰਫੁਲ ਬਣਾਉਣਾ ਚਾਹੁੰਦੇ ਹਾਂ। ਜਿਹੜਾ ਭਈ ਰਵੀ ਸਿੰਘ ਜਾਂ ਕੋਈ ਆ ਕੇ ਉੱਥੇ ਜਤਿੰਦਰ ਸਿੰਘ, ਉਮਰ ਸਿੰਘ ਜਾਂ ਹਰਪ੍ਰੀਤ, ਇੱਕ ਬੰਦਾ ਕਹਿ ਜਾਵੇ ਮੈਂ ਹੀ ਮੈਂ ਹਾਂ, ਹੁਣ ਕੋਈ ਨਹੀਂ ਰਹਿ ਗਿਆ। ਤਾਂ ਹੀ ਮੈਂ ਘੜੀ ਕਹਿੰਦਾ ਜਿਹੜੀਆਂ ਅੱਜ ਤੁਹਾਨੂੰ ਗੱਲਾਂ ਕਰ ਰਿਹਾ, ਜਿਹੜੀਆਂ ਪੰਜਾਬ ਦੀਆਂ ਨਿੱਕੀਆਂ ਜਥੇਬੰਦੀਆਂ ਆ, ਜਿਹੜੇ ਰਜਿਸਟਰਡ ਚੈਰਿਟੀ ਆਰਗੇਨਾਈਜੇਸ਼ਨ ਆ, ਜਿਹੜੇ ਪੰਜਾਬ ਦੀਆਂ ਰਜਿਸਟਰਡ ਆਰਗੇਨਾਈਜੇਸ਼ਨਸ ਆ, ਨਿੱਕੀਆਂ ਜਥੇਬੰਦੀਆਂ, ਅਸੀਂ ਉਹਨੂੰ ਅਪੀਲ ਕੀਤੀ ਕਿੰਨੀ ਵਾਰੀ। ਸਾਨੂੰ ਈਮੇਲ ਵੀ ਆਈਆਂ ਇੱਥੇ, ਉਹ ਵੀ ਅਸੀਂ ਦੇਖ ਰਹੇ ਹਾਂ ਅਸੀਂ ਉਹ ਕਿਹੜਾ ਗਰੁੱਪ ਆ। ਅਤੇ ਪਹਿਲਾਂ ਤੁਹਾਨੂੰ ਮੈਂ ਅਪਡੇਟ ਦੇਣੀ ਚਾਹੁੰਦਾ ਹਾਂ
ਇਹ ਸਾਡੇ ਇੱਕ ਬਹੁਤ ਵੱਡਾ ਬੋਝ ਆ ਮਨ ਦੇ ਵਿੱਚ ਜਿਹੜਾ ਸੀਗਾ ਪੰਜਾਬ ਦੇ ਹੜ੍ਹਾਂ ਦਾ ਪੈਸਾ, ਕਿਉਂਕਿ ਅਸੀਂ ਇਕੱਲੇ ਜਥੇਬੰਦੀ ਆ ਜਿਹੜਾ ਪੰਜਾਬ ਦੇ ਹੜ੍ਹਾਂ ਦਾ ਪੈਸਾ ਇੱਕ ਸਾਲ 'ਚ ਰੱਖਿਆ, ਬਹੁਤ ਪੈਸਾ ਹਾਲ ਤੱਕ ਖਰਚਣ ਵਾਲਾ। ਅਤੇ ਭਾਈ ਗੁਰਪ੍ਰੀਤ ਸਿੰਘ ਹੁਣੀ ਜਾ ਕੇ ਪਿਛਲੇ 2-3 ਹਫ਼ਤੇ ਉਹਨੇ ਆਪਣਾ ਟਾਈਮ ਕੱਢਿਆ ਉੱਥੇ ਪੰਜਾਬ ਦੇ ਖੇਤਾਂ ਵਿੱਚ ਜਾ ਕੇ, ਪਿੰਡਾਂ ਵਿੱਚ ਜਾ ਕੇ, ਵੀ ਅਸੀਂ ਹੋਰ ਕੀ ਕਰ ਸਕਦੇ ਹਾਂ। ਉਹ ਜਿਹੜਾ ਪੈਸਾ ਹਾਲ ਤੱਕ ਵੀ ਬਚਿਆ ਹੜ੍ਹਾਂ ਦਾ, ਉਹਦੇ ਵਿੱਚ ਖਾਲਸਾ UK ਇੱਥੇ ਅਸੀਂ ਬੈਠੇ ਹਾਂ ਜਾਂ ਕੈਨੇਡਾ ਜਾਂ ਅਮਰੀਕਾ ਆ, ਉਹਨਾਂ ਕੋਲ ਵੀ ਫੰਡਸ ਪਏ ਆ, ਉਹ ਅਸੀਂ ਕਿੱਦਾਂ ਖਰਚਣੇ, ਕਿੱਥੇ ਖਰਚਣੇ, ਉਹ ਵੀ ਤੁਹਾਡੀ ਸਲਾਹ ਦੇ ਨਾਲ, ਤੁਹਾਡੇ ਪਿਆਰ ਦੇ ਨਾਲ। ਅਤੇ ਅਸੀਂ ਕੋਸ਼ਿਸ਼ ਬਹੁਤ ਕੀਤੀ ਆ ਵੀ ਉਹ ਮਾਇਆ ਖਰਚੀ ਜਾਵੇ, ਅਤੇ ਉਹ ਮੜ ਜਾ, ਕਿਉਂਕਿ ਮਾਇਆ ਜ਼ਿਆਦਾ ਸੀਗੀ। ਸੋ ਅਸੀਂ ਨਾ ਪੈਸੇ ਸੁੱਟਣਾ ਚਾਹੁੰਦੇ, ਨਾ ਖਰਾਬ ਕਰਨਾ ਚਾਹੁੰਦੇ। ਸੋ ਉਹ ਹੌਲੀ ਹੌਲੀ ਸਾਰਾ ਅਸੀਂ ਹੁਣ ਪਲਾਨ ਬਣਾ ਰਹੇ ਹਾਂ। ਨੈਕਸਟ ਸਟੈਪ ਕੀ ਹੋਊਗਾ, ਕਿਸਾਨਾਂ ਦਾ ਜਿਹੜਾ ਭਈ ਹੁਣ ਅੰਦੋਲਨ ਦਾ ਪਿੱਛੇ ਜਿਹੜੇ ਕਿਸਾਨ ਆ, ਪਿੱਛੇ ਪਰਿਵਾਰ ਆ, ਅਸੀਂ ਫੁੱਲ ਕੰਸਲਟੇਸ਼ਨ ਲੈਣੀ ਆ। ਜਿਹੜੇ ਐਕਸਪਰਟਸ ਆ ਜਿਹੜੇ ਫੀਲਡ ਦੇ ਵਿੱਚ, ਉਹਦੇ ਪਿੱਛੇ ਗੱਲ ਚੱਲ ਰਹੀ ਆ ਇੱਥੇ ਅਮਰੀਕਾ ਵਿੱਚ, ਕੈਨੇਡਾ ਵਿੱਚ ਵੀ, ਭਈ ਇਹ ਕਿੱਦਾਂ ਅਸੀਂ ਮੂਵ ਹੋਣਾ ਮੋਰਾ, ਜਾਂ ਅਗਲਾ ਜਿਹੜਾ ਕਦਮ ਹੋਊਗਾ। ਸੋ ਕੰਮ ਬਹੁਤ ਪਿਆ ਆ। ਜਿੱਥੇ ਤੁਹਾਡੇ ਉੱਥੇ ਪੰਜਾਬ ਦੇ ਵਿੱਚ ਕੋਈ ਖੇਤੀਬਾੜੀ ਦੇ ਸਪੈਸ਼ਲਿਸਟ ਆ ਜਾਂ ਕਲੱਬ ਆ, ਸਾਨੂੰ ਕੰਟੈਕਟ ਕਰੋ। ਜੇ ਤੁਸੀਂ ਕੋਈ ਪੰਜਾਬ ਦੇ ਵਿੱਚ ਕੋਈ ਨਿੱਕੀ ਸੰਸਥਾ ਹੈ, ਤੁਸੀਂ ਕੋਈ ਮਦਦ ਕਰਦੇ ਹੋ, ਐਜੂਕੇਸ਼ਨਲ ਹੋਵੇ, ਜਿਹੜੀ ਮਰਜ਼ੀ ਹੋਵੇ, ਪਰ ਤੁਸੀਂ ਰਜਿਸਟਰਡ ਹੋਣ 2-3 ਸਾਲ ਇੰਡੀਆ ਵਿੱਚ, ਤੁਹਾਡੇ ਅਕਾਊਂਟਸ ਹੋਣ, ਭਈ ਤੁਸੀਂ ਕਹਿ ਸਕਦੇ ਭਈ ਹਾਂਜੀ ਸਾਨੂੰ ਭਈ ਮਾਇਆ ਦੀ ਕੋਈ ਚੀਜ਼ਾਂ ਖਰੀਦਣੀਆਂ ਲੋੜ ਆ, ਅਸੀਂ ਤੁਹਾਡੀ ਉਹ ਚੀਜ਼ਾਂ ਖਰੀਦ ਦੇਵਾਂਗੇ। ਤੁਹਾਡੀ ਜੇ ਕੋਈ ਬਿਲਡਿੰਗ ਰਿਪੇਅਰ ਕਰਨੀ ਕਰ ਦੇਵਾਂਗੇ, ਸਕੂਲ ਰਿਪੇਅਰ ਕਰ ਦੇਵਾਂਗੇ, ਜਿੱਥੇ ਵੀ ਲੋੜ ਆ ਅਸੀਂ ਤੁਹਾਡੇ ਨਾਲ ਇੱਥੋਂ ਖੜ੍ਹੇ ਹਾਂ ਤੁਹਾਡੇ ਨਾਲ ਮਦਦ ਕਰਨ ਲਈ ਪੰਜਾਬ ਦੇ ਵਿੱਚ। ਪਰ ਬੰਦੇ ਚਾਹੀਦੇ ਸਾਨੂੰ ਇਮਾਨਦਾਰ, ਅਤੇ ਬੰਦੇ ਚਾਹੀਦੇ ਜਿਹੜਾ ਭਈ ਕੁਛ ਆਪਣਾ ਆਪਣਾ ਭਲਾ ਨਹੀਂ ਮੰਗਦੇ, ਭਈ ਸਾਨੂੰ ਕਰੋ ਸਾਰਾ ਕੁਛ, ਆਪਣੇ ਪਿੰਡ ਦਾ, ਆਪਣੇ ਇਲਾਕੇ ਦਾ, ਅਤੇ ਆਪਣੇ ਜਿਹੜੇ ਭਈ ਲੋਕਾਂ ਦਾ ਭਲਾ ਕਰਨਾ। ਹੁਣ ਉੱਥੇ ਤੁਹਾਨੂੰ ਪਤਾ ਪੰਜਾਬ ਦੇ ਵਿੱਚ ਬਹੁਤ ਲੋੜ ਹੈਗੀ ਆ। ਸੋ ਅਸੀਂ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀਗਾ, ਅਸੀਂ ਇਹ ਨਹੀਂ ਚਾਹੁੰਦੇ ਭਈ ਖਾਲਸਾ ਜਿਹੜੀ ਕਿੰਨੀ ਵੱਡੀ ਜਥੇਬੰਦੀ ਬਣ ਜਾਵੇ, ਭਈ ਹੋਰ ਕੋਈ ਜਥੇਬੰਦੀ ਨਾ ਰਹਿ ਜਾਵੇ। ਅਸੀਂ ਬਿਲਕੁਲ ਇਹਦੇ ਖਿਲਾਫ ਆ। ਅਸੀਂ ਕਹਿੰਦੇ ਜੇ ਤੁਸੀਂ ਹੁਣ ਸਾਨੂੰ $10 ਦਿੰਦੇ ਆ, ਅਤੇ ਕਦੀ $5-10 ਕਿਸੇ ਹੋਰ ਜਥੇਬੰਦੀ ਵੀ ਦੇ ਦਿਓ ਜਿਹੜੀ ਪੰਜਾਬ ਸੇਵਾ ਕਰਦੀ ਆ, ਭਈ ਸਾਰਿਆਂ ਦੇ ਚੜ੍ਹਦੀ ਕਲਾ ਰਵੇ, ਭਈ ਇੱਕ ਨਾ ਭਈ ਵੱਡਾ ਕੋਈ ਜਥਾ ਜਾਂ ਗਰੁੱਪ ਬਣ ਜਾਵੇ ਜਿਹੜਾ ਦੂਜੇ ਨੂੰ ਕੰਟਰੋਲ ਕਰੇ, ਮਗਰੋਂ ਭਈ ਇੰਨੀ ਪਾਵਰਫੁਲ ਹੋ ਜਾਵੇ। ਸੋ ਇੱਕ ਸਾਡੀ ਬਹੁਤ ਵੱਡੀ ਜ਼ਿੰਮੇਵਾਰੀ ਆ, ਭਈ ਤੁਸੀਂ ਜਿੰਨਾ ਸਪੋਰਟ ਕਰਦੇ ਖਾਲਸਾ ਏਡ ਨੂੰ, ਤੁਸੀਂ ਬਹੁਤ ਸਪੋਰਟ ਕਰਦੇ ਆ, ਪਰ ਇਹਦੇ ਵਿੱਚ ਅਸੀਂ ਨਹੀਂ ਚਾਹੁੰਦੇ ਭਈ ਬਾਕੀ ਜਿਹੜੇ ਭਈ ਸੇਵਾ ਕਰਦੇ ਆ ਨਿੱਕੇ ਨਿੱਕੇ ਗਰੁੱਪ, ਉਹ ਪਿੱਛੇ ਰਹਿ ਜਾਣ। ਸੋ ਇਹ ਜਿਹੜਾ ਪੰਜਾਬ ਦਾ ਪਲਾਨ ਆ, ਅਤੇ ਜਿਹੜਾ ਅਸੀਂ ਹੁਣ ਆਪਣਾ ਜਿਹੜਾ ਸਿਸਟਮ ਚੇਂਜ ਕਰਨੇ ਆ, ਜਿਹੜੀ ਭਈ ਰਿਪੋਰਟਿੰਗ ਚੰਗੀ ਹੋਊਗੀ, ਅਕਾਊਂਟਿੰਗ ਚੰਗੀ ਹੋਊਗੀ, ਅਤੇ ਇੱਕ ਸੰਸਥਾ ਆ, ਜਦੋਂ ਤੁਸੀਂ ਸੰਸਥਾ ਵੱਲ ਦੇਖੋਗੇ ਕੱਲੀ ਚੀਜ਼ ਦਾ ਤੁਹਾਨੂੰ ਪਤਾ ਲੱਗ ਜਾਊਗਾ ਭਈ ਪੈਸਾ ਕਿੱਥੋਂ ਆਇਆ, ਕਿੱਥੇ ਆ ਗਿਆ, ਅਤੇ ਸਾਰਾ ਪੰਜਾਬ ਅਸੀਂ ਨਾਲ ਲਾਵਾਂਗੇ ਇਹਦੇ ਵਿੱਚ। ਅਤੇ ਕਿਉਂਕਿ ਸਾਡੇ ਪੰਜਾਬ ਦੇ ਪਿੰਡਾਂ ਵਿੱਚ ਸਾਡੇ ਭੈਣ ਭਰਾ ਹੈਗੇ ਆ ਜਿਹਨਾਂ ਕੋਲ ਬਹੁਤ ਚੰਗੇ ਆਈਡੀਏਜ਼ ਆ। ਕਈ ਵਾਰੀ ਉਹ ਸੋਚਦੇ ਵੀ ਅਸੀਂ ਆਈਡੀਏ ਤੁਹਾਨੂੰ ਦੱਸ ਨਹੀਂ ਸਕਦੇ, ਕਿਉਂਕਿ ਮੋਹਰੇ ਕੋਈ ਹੋਰ ਖੜ੍ਹੇ ਆ ਜਾਂ ਪਿੱਛੇ ਤੁਹਾਨੂੰ ਕੋਈ ਸਪੋਰਟ ਨਹੀਂ ਮਿਲਦਾ। ਸੋ ਅਸੀਂ ਇੱਕ ਸਿਸਟਮ ਖੋਲ੍ਹਣਾ ਆ। ਪਹਿਲਾਂ ਮੈਂ 3 ਮਹੀਨੇ ਹੋ ਗਏ ਆ ਇੱਕ ਸਿਸਟਮ ਲਾਉਣਾ ਚਾਹੁੰਦਾ ਸੀਗਾ, ਐਕਚੁਅਲੀ 3 ਮਹੀਨੇ ਤੋਂ ਪਹਿਲਾਂ। ਇੱਕ ਹੈਗੀ ਆ, ਜੇ ਤੁਹਾਨੂੰ ਕੋਈ ਕੰਪਲੇਨ ਆ ਖਾਲਸਾ ਏਡ ਦੀ, ਤੁਸੀਂ ਉਹ ਫਿਲ ਕਰ ਸਕਦੇ ਫਾਰਮ। ਉਹ ਫਾਰਮ ਅਸੀਂ ਥੋੜ੍ਹੇ ਚਿਰ ਨੂੰ ਮੈਂ ਲਾਂਚ ਕਰਾਂਗਾ 1-2 ਹਫ਼ਤੇ ਵਿੱਚ। ਉਹਦੇ ਤੁਸੀਂ ਸਾਨੂੰ ਕੰਪਲੇਨਾਂ ਭੇਜ ਸਕਦੇ ਜੇ ਕੋਈ ਕੰਮ ਨਹੀਂ ਚੰਗਾ ਕਰ ਰਿਹਾ, ਅਤੇ ਸਾਡੇ ਵੱਲੋਂ ਕੋਈ ਕੰਮ ਮਾੜਾ ਹੋ ਰਿਹਾ, ਜਾਂ ਸਾਡੀ ਟੀਮ ਕੁਛ ਹੋਰ ਵੀ ਕਰ ਸਕਦੀ ਤੁਹਾਡੀ ਸੁਜੈਸਸ਼ਨ ਵੱਲੋਂ, ਉਹ ਵੀ ਅਸੀਂ ਇੱਕ ਖੋਲ੍ਹਣ ਲੱਗੇ ਹਾਂ ਸਿਸਟਮ। ਉਹ 1-2 ਹਫ਼ਤੇ 'ਚ ਲਾਂਚ ਕਰ ਦੇਣਾ। ਦੂਜਾ ਹੈਗਾ ਆ ਜਿਹੜਾ ਮੈਂ ਪਹਿਲਾਂ ਵੀ ਕਿਹਾ ਸੀ ਲਾਂਚ ਕਰਨਾ, ਫਿਰ ਕਿਸਾਨਾਂ ਦਾ ਸੰਘਰਸ਼ ਵਿੱਚ ਆ ਗਿਆ, ਜਿਹੜਾ ਤੁਸੀਂ ਰਵੀ ਸਿੰਘ ਨੂੰ ਜਿਹੜਾ ਮਰਜ਼ੀ ਕੁਐਸਚਨ ਪੁੱਛ ਸਕਦੇ। ਉਹ ਕੁਐਸਚਨ ਤੁਸੀਂ ਕਿੱਦਾਂ ਈਮੇਲ ਕਰਨਾ, ਉਹ ਵੀ 1 ਹਫ਼ਤੇ ਵਿੱਚ ਅਸੀਂ ਮੁੜ ਕੇ ਫਿਰ ਲਾਂਚ ਕਰ ਦੇਣਾ, ਸ਼ੁਰੂ ਕਰ ਦੇਣਾ। ਸੋ ਤੁਸੀਂ ਮੈਨੂੰ ਵੀ ਜਿਹੜਾ ਮਰਜ਼ੀ ਖਾਲਸਾ ਏਡ ਦਾ ਸਵਾਲ ਪੁੱਛ ਸਕਦੇ ਆ। ਤਾਂ ਫਿਰ ਜਿਹੜਾ ਸਾਡਾ ਇੱਥੇ ਹੁਣ ਮੁੰਡਾ ਜਿਹੜਾ ਭਈ ਬਹੁਤ ਨੌਜਵਾਨ ਪੜ੍ਹਿਆ ਲਿਖਿਆ, ਪੜ੍ਹਾਈ ਲਿਖਾਈ ਫਾਈਨੈਂਸ ਦੇ ਵਿੱਚ ਆ, ਅਕਾਊਂਟਸ ਦੇ ਵਿੱਚ ਆ, ਉਹਨੂੰ ਕਿਹਾ ਗਿਆ ਵੀ ਜਿਹੜੇ ਸਾਡੇ ਸਾਰੇ ਜਿਹੜੇ ਬ੍ਰਾਂਚਿਸ ਆ, ਇੰਡੀਆ, UK, USA, ਕੈਨੇਡਾ, ਆਸਟ੍ਰੇਲੀਆ ਵਿੱਚ ਰਜਿਸਟਰ ਹੋਣਾ, ਉਹਦਾ ਕਿੱਦਾਂ ਅਸੀਂ ਹਰ 1-2 ਮਹੀਨੇ ਵਿੱਚ ਪੈਸਾ ਤੁਹਾਨੂੰ ਦਿਖਾ ਲੈਣਾ, ਕਿੰਨਾ ਪੈਸਾ ਆਇਆ, ਕਿੱਥੇ ਆ ਰਿਹਾ, ਅਤੇ ਤੁਹਾਡਾ ਹੱਕ ਬਣਦਾ ਸਾਨੂੰ ਸਾਰਾ ਕੁਝ ਪੁੱਛ ਸਕਦੇ। ਹੁਣ ਜਿਹੜਾ ਸਿਸਟਮ ਮੈਂ ਤੁਹਾਨੂੰ ਕਿਹਾ ਸੀ ਚੇਂਜ ਕਰਨਾ ਸਾਰੇ ਪਾਸੇ, ਉਹਨਾਂ ਵਿੱਚ ਅਸੀਂ ਕੰਸਲਟੇਸ਼ਨ ਤੁਹਾਡੇ ਨਾਲ ਕਰਨੀ ਗੱਲ,
ਆਪਣੀਆਂ ਟੀਮਾਂ ਨਾਲ ਕਰਨੀ, ਆਪਣੇ ਇੱਥੇ ਟਰਸਟੀਆਂ ਨਾਲ ਕਰਨੀ। ਫਿਰ ਤੋਂ ਸਾਰਿਆਂ ਨਾਲ ਗੱਲਬਾਤ ਕਰਕੇ ਜਿਹੜੇ ਹੁਣ ਕੈਨੇਡਾ ਵਿੱਚ, ਅਮਰੀਕਾ ਵਿੱਚ, US, ਆਸਟ੍ਰੇਲੀਆ ਵਿੱਚ ਸਾਡੀ ਸੰਗਤ ਸਾਨੂੰ ਸਪੋਰਟ ਕਰਦੀ ਆ, ਉਹ ਜਿਹੜੇ ਵਿੱਚ ਸਿਆਣੇ ਬੰਦੇ ਸਾਨੂੰ ਬਹੁਤ ਚਿਰ ਦੇ ਜਾਣਦੇ ਆ, ਉਹ ਬਿਲਕੁਲ ਇਹਦਾ ਮਤਲਬ ਨਹੀਂ ਕਿ ਇਕੱਲੇ ਖਾਲਸਾ ਏਡ ਦੇ, ਉਹ ਬਿਲਕੁਲ ਸੰਗਤ ਦੇ ਪੰਥਕ ਤੌਰ 'ਤੇ ਉਹਦੀ ਸੋਚ ਆ। ਉਹਨਾਂ ਮੇਰਾ ਵੀ ਗੱਲਬਾਤ ਮੇਰੀ ਚੱਲ ਰਹੀ ਆ ਭਈ ਜੇ ਦੇਖੋ ਕੱਲ੍ਹ ਨੂੰ ਸਾਨੂੰ ਕੁਛ ਹੋ ਗਿਆ ਭਈ ਖਾਲਸਾ ਏਡ ਕਿੱਥੇ ਜਾਊਗੀ, ਕਿੱਦਾਂ ਜਾਊਗੀ ਅਤੇ ਕੌਣ ਇੰਚਾਰਜ ਹੋਊਗਾ, ਅਤੇ ਇਹਦੇ ਵਿੱਚ ਅਸੀਂ ਸਾਰੀ ਖੁੱਲ੍ਹੀ ਗੱਲਬਾਤ ਕਰਾਂਗੇ ਤੁਹਾਡੇ ਨਾਲ ਕੰਸਲਟੇਸ਼ਨ। ਮੈਂ ਕੋਈ ਲੁਕੋਵਾ ਨਹੀਂ ਰੱਖਣਾ ਚਾਹੁੰਦਾ ਖਾਲਸਾ ਏਡ ਦੇ ਵਿੱਚ। ਜਿਹੜਾ ਪੈਸਾ ਆਉਂਦਾ, ਕਿੰਨਾ ਆਉਂਦਾ, ਕਿੱਥੇ ਆਉਂਦਾ। ਹੁਣ ਖਾਲਸਾ ਏਡ UK ਅਸੀਂ ਤਾਂ ਹੀ ਇੱਥੇ ਵੀ UK ਵਿੱਚ ਵੀ ਜਥੇਬੰਦੀਆਂ ਨੂੰ ਕਹਿ ਰਹੇ ਜਿਹੜੇ UK ਵਿੱਚ ਨਿੱਕੇ ਨਿੱਕੇ ਜਥੇਬੰਦੀਆਂ, ਚੈਰਿਟੀਆਂ ਜਿਹੜੀਆਂ ਭਈ ਦੱਸੋ ਅਸੀਂ ਤੁਹਾਡੀ ਕਿੱਦਾਂ ਮਦਦ ਕਰ ਸਕਦੇ ਹਾਂ। ਕੁਛ ਖਾਣ ਪੀਣ ਨੂੰ ਚਾਹੀਦਾ, ਜਾਂ ਕੋਈ ਬਿਲਡਿੰਗ ਲਈ ਚਾਹੀਦਾ, ਜਾਂ ਕੋਈ ਕੰਪਿਊਟਰ ਚਾਹੀਦੇ, ਭਈ ਤੁਸੀਂ ਆਪਣਾ ਕੰਮ ਵਧਾਓ। ਉਹ ਹੀ ਅਸੀਂ ਪੰਜਾਬ ਅਸੀਂ ਇੱਕ ਬਹੁਤ ਵੱਡਾ ਪ੍ਰੋਗਰਾਮ ਬਣਾਉਣਾ ਜਿਹਦੇ ਵਿੱਚ ਅਸੀਂ ਇਹ ਫੰਡਿੰਗ ਕਰ ਸਕਦੇ ਹਾਂ ਚੀਜ਼ਾਂ ਦੀ, ਸਮਾਨ ਦੀ। ਅਸੀਂ ਡਾਇਰੈਕਟ ਪੈਸੇ ਕਿਸੇ ਨੂੰ ਦੇਣੇ ਤਾਂ ਨਾ ਅੱਜ ਤੱਕ ਕਿਸੇ ਨੂੰ ਦਿੱਤੇ ਆ, ਅਤੇ ਸਮਾਨ ਜਿਹੜਾ ਭਈ ਚੈਰਿਟੀ ਉਹ ਤਾਂ ਸਾਰਿਆਂ ਨੂੰ ਦੇ ਸਕਦੀ, ਕੋਈ ਪ੍ਰੋਬਲਮ ਨਹੀਂ ਗੀ। ਸੋ ਇਹਦਾ ਮਤਲਬ ਨਹੀਂ ਇਕੱਲੇ ਸਿੱਖ ਚੈਰਿਟੀਆਂ, ਹੁਣ ਕਈ ਯਤੀਮ ਘਰ ਆ ਇੰਡੀਆ ਵਿੱਚ ਜਿਹੜੇ ਸਾਨੂੰ ਕੰਟੈਕਟ ਕਰ ਰਹੇ ਆ। ਸਾਨੂੰ ਕੋਈ ਫਰਕ ਨਹੀਂ ਜਿਹੜਾ ਧਰਮ ਹੋਵੇ, ਅਸੀਂ ਉਹ ਵੀ ਚੈੱਕ ਕਰ ਰਹੇ ਹਾਂ ਭਈ ਕਿੱਦਾਂ ਅਸੀਂ ਉਹਨਾਂ ਦੀ ਮਦਦ ਦੂਰ ਕਰ ਸਕਦੇ ਹਾਂ। ਤੁਸੀਂ ਸਾਡੇ ਸੇਵਾਦਾਰ ਆ, ਤੁਸੀਂ ਸਾਰੇ ਪਾਸਿਓਂ ਸਾਡੀ ਮਦਦ ਕਰਦੇ ਹਾਂ। ਸੋ ਬਹੁਤ ਵੱਡੇ ਮਸਲੇ ਮੂਹਰੇ ਖੜ੍ਹੇ ਆ ਜਿਹੜੇ ਅਸੀਂ ਚੇਂਜ ਕਰਨੇ ਆ, ਕਿਉਂਕਿ ਹੁਣ 21 ਸਾਲ ਬਾਅਦ ਜਿੰਨਾ ਤੁਸੀਂ ਪਿਆਰ ਦੇ ਨਾਲ ਡੋਨੇਸ਼ਨ ਦੇ ਰਹੇ, ਜਿੰਨੀ ਤੁਸੀਂ ਸਾਨੂੰ ਮਾਇਆ ਦੇ ਰਹੇ ਆ, ਮੈਨੂੰ ਇਹ ਡਰ ਆ ਵੀ ਮਿਸਯੂਜ਼ ਨਾ ਹੋਵੇ। ਮਾਇਆ ਦੀ ਗੱਲ ਲੁਕੋ ਕੇ ਨਹੀਂ ਰੱਖਣੀ। ਮਾਇਆ ਦਾ ਇਹ ਵੀ ਪੁਰਾਣੇ ਜ਼ਮਾਨੇ ਵਿੱਚ ਕਹਿਣਾ ਹਾਂਜੀ ਦਈ ਜਾਓ, ਜਦੋਂ ਪੈਸੇ ਦੀ ਗੱਲ ਕਰਨੀ ਫਿਰ ਮੂੰਹ ਦੂਜੇ ਪਾਸੇ ਮੋੜ ਲੈਣਾ, ਅਤੇ ਮੂਹਰੇ ਆ ਕੇ ਤੁਹਾਡੇ ਇਸੇ ਝੋਲੀ ਚੱਕੀ ਜਾਣੀ, ਲਓ ਪੈਸੇ ਦੇਵੋ। ਤਾਂ ਜਦੋਂ ਫਿਰ ਤੁਸੀਂ ਸਾਡੇ ਕੋਲ ਸਵਾਲ ਪੁੱਛਣੇ ਪੈਸੇ ਦੇ, ਅਸੀਂ ਕਹਿਣਾ ਛੱਡੋ ਪਰੇ, ਗੱਲ ਨਾ ਕਰੋ, ਅਸੀਂ ਇਹ ਗੱਲ ਨਹੀਂ ਕਰਨੀ ਪੈਸੇ ਦੀ। ਸੋ ਕੰਮ ਤਾਂ ਬਹੁਤ ਪਏ ਆ, ਪਰ ਉਹ ਤੁਹਾਡੇ ਨਾਲ ਸਾਰਾ ਸੋਚ ਸਮਝ ਕੇ ਅਸੀਂ ਚੱਕਾਂਗੇ ਕਦਮ। ਸੋ ਜਿੰਨਾ ਤੁਸੀਂ ਸਾਨੂੰ ਸਪੋਰਟ ਕਰ ਰਹੇ, ਜਿੰਨੀ ਸਾਨੂੰ ਤੁਸੀਂ ਡੋਨੇਸ਼ਨ ਦੇ ਰਹੇ, ਮੈਂ ਤਾਂ ਹੀ ਕਿ ਸਾਨੂੰ ਮਾਇਆ ਪੰਜਾਬ, ਸਪੈਸ਼ਲੀ ਪੰਜਾਬ ਦੇ ਜਿਹੜੇ ਅੰਦੋਲਨ ਲੱਗਾ ਆ, ਕੈਸ਼ ਨਾ ਦੇਵੋ, ਸਾਨੂੰ ਸਮਾਨ ਦੇਵੋ। ਇਹ ਪਹਿਲਾਂ ਤੋਂ ਕਿਹਾ ਗਿਆ ਸੀਗਾ, ਕੈਸ਼ ਨਾ ਦੇਵੋ, ਸਮਾਨ ਦੇਵੋ। ਤਾਂ ਜੇ ਤੁਸੀਂ ਕੈਸ਼ ਡੋਨੇਸ਼ਨ ਦਿੰਦੇ ਆ, ਬੈਂਕ 'ਚ ਪਾਓ ਪੈਸੇ, ਕਿਸੇ ਨੂੰ ਕੈਸ਼ ਨਾ ਫੜਾਓ। ਜਿੱਥੇ ਵੀ ਤੁਸੀਂ ਬੈਠੇ, ਅਮਰੀਕਾ, ਕੈਨੇਡਾ, ਇੰਡੀਆ 'ਚ, ਪੰਜਾਬ ਦੇ ਵਿੱਚ, UK ਵਿੱਚ, ਤੁਸੀਂ ਸਾਨੂੰ ਵੀ ਨਾ ਕੈਸ਼ ਫੜਾਵੋ। ਅਸੀਂ ਸਾਰਾ ਕੈਸ਼ ਬਣਾਉਣਾ ਭਈ ਸਾਰਾ ਬੈਂਕ 'ਚ ਜਾਣਾ ਚਾਹੀਦਾ ਪੈਸਾ, ਕਿਉਂਕਿ ਜਿਹੜੀ ਕੈਸ਼ ਹੁੰਦੀ ਆ ਫਿਰ ਉਹਦੇ ਵਿੱਚ ਬਹੁਤ ਵੱਡੀਆਂ ਪ੍ਰੋਬਲਮ ਆਉਣ ਲੱਗ ਪੈਂਦੀਆਂ, ਉਹਦੇ ਵਿੱਚੋਂ ਹੀ ਕਰਪਸ਼ਨ ਸ਼ੁਰੂ ਹੁੰਦੀ ਆ। ਤਾਂ ਜਿਹੜਾ ਵੀ ਹੋਰ ਵੀ ਸਿਸਟਮ ਬਣਾਉਣੇ ਆ, ਉਹ ਵੀ ਅਸੀਂ ਫਿਰ ਇੱਦਾਂ ਦੇ ਸਿਸਟਮ ਬਣਾਉਣੇ ਅਸੀਂ ਜਿਹੜੇ ਰਿਪੋਰਟਿੰਗ ਦੇ ਹੋਊਗੇ ਭਈ ਦੂਜੀਆਂ ਸੰਸਥਾ ਵੀ ਕਰਨ ਹੋਰ ਰਿਪੋਰਟਿੰਗ, ਜਿਹੜੀਆਂ ਦੂਜੀਆਂ ਵੀ ਸਿੱਖਾਂ ਦੀਆਂ ਸੰਸਥਾ ਉਹ ਵੀ ਖੁੱਲ੍ਹੇ ਤਰ੍ਹਾਂ ਰਿਪੋਰਟਿੰਗ ਕਰਨ। ਇਹ ਅਸੀਂ ਚਾਹੁੰਦੇ ਭਈ ਕੋਈ ਲੁਕੋਵਾ ਨਾ ਹੋਵੇ ਪੈਸੇ ਦਾ। ਸੋ ਹੁਣ ਆ ਜਾਂਦੇ ਇਹਦੇ ਵਿੱਚ ਗੱਲ ਕਿਸਾਨਾਂ ਦੀ ਇਸ ਵੇਲੇ। ਸੋ ਜਦ ਤੱਕ ਕਿਸਾਨਾਂ ਦੇ ਵਿੱਚ ਅੰਦੋਲਨ ਚੱਲ ਰਿਹਾ ਆ ਅਤੇ ਖਾਲਸਾ ਖੜੀ ਰਹੂਗੀ ਨਾਲ। ਪਰ ਅਸੀਂ ਇਹ ਚਾਹੁੰਦੇ ਹਾਂ, ਮੈਂ ਘੜੀ ਪਰਸਨਲੀ ਅਪੀਲ ਕੀਤੀ ਆ ਜਿਹੜੇ ਸਾਡੇ ਕਿਸਾਨ ਲੀਡਰਸ਼ਿਪ ਆ, ਵੀ ਤੁਹਾਡੇ ਵਿੱਚ ਜਿਹੜੀ ਯੂਨਿਟੀ ਆ, ਤੁਹਾਡੀ ਏਕਤਾ ਆ, ਜਦ ਤੱਕ ਉਹ ਏਕਤਾ ਚੜ੍ਹਦੀ ਕਲਾ ਆ ਅਤੇ ਤੁਹਾਡਾ ਪ੍ਰੋਗਰਾਮ ਫੇਲ ਨਹੀਂ ਹੋਣਾ। ਤਾਂ ਜੇ ਗੌਰਮੈਂਟ ਜਿਹੜੀ ਮੋਹਰੇ ਹੁਣ ਇਸ ਵੇਲੇ ਆਕੜੀ ਹੋ ਆ, ਪਰ ਤੁਹਾਨੂੰ ਮੀਟਿੰਗਾਂ ਕਰਦੀ ਆ ਵੀ ਅਸੀਂ ਤੁਹਾਨੂੰ ਆਹ ਦੇਵਾਂਗੇ, ਤੁਹਾਨੂੰ 1.5 ਸਾਲ ਦੇਵਾਂਗੇ, ਜੋ ਦੇਵਾਂਗੇ। ਪੰਜਾਬ ਦੇ ਵਿੱਚੋਂ ਸੰਗਤ ਕਿੰਨੀ ਆਈ ਜਾਂਦੀ ਆ, ਦਿੱਲੀ ਵਧੋ ਆਈ ਜਾਂਦੀ ਆ, ਹਰਿਆਣੇ ਵਧੋ ਆਈ ਜਾਂਦੀ ਆ, ਅਤੇ ਬਿਲਕੁਲ ਜ਼ੋਰ ਆ। ਸਬਰ ਰੱਖੋ ਥੋੜ੍ਹਾ ਜਿਹਾ। ਗੌਰਮੈਂਟ ਦੇ ਵਿੱਚੋਂ ਵੀ ਬਹੁਤ ਚਰਚਾ ਹੋ ਰਹੀ ਆ ਕਿ ਉਹ ਵੀ ਅੰਦਰੋਂ ਕਮਜ਼ੋਰ ਹੋ ਰਹੇ ਆ। ਸੋ ਇਹਦੇ ਵਿੱਚ ਅਸੀਂ ਤੁਹਾਨੂੰ ਸਾਰਿਆਂ ਨੂੰ ਵਧਾਈਆਂ ਦਿੰਦੇ ਵੀ ਤੁਸੀਂ ਆਪਣਾ ਜਿਹੜਾ ਮਕਸਦ, ਆਪਣਾ ਤੁਹਾਡੀ ਜਿਹੜੀ ਏਮਸ ਅਸੀਂ ਉੱਥੇ ਰੱਖੀਆਂ ਆ। ਸੋ ਮੈਂ ਘੜੀ ਇਹੀ ਕਹੂੰਗਾ, ਏਕਤਾ ਤੁਹਾਡਾ ਇੱਕ ਤਾਕਤ ਆ। ਏਕਤਾ ਇੱਕ ਤਾਕਤ ਹੁੰਦੀ ਆ ਜਿਹੜੀ ਕੋਈ ਵੀ ਤੁਹਾਨੂੰ ਹਰਾ ਨਹੀਂ ਸਕਦਾ। ਜਦੋਂ ਏਕਤਾ ਦੇ ਵਿੱਚ ਫੁੱਟ ਪੈਣ ਲੱਗ ਪਈ, ਉਦੋਂ ਤੁਹਾਡੀ ਹਾਰ ਸ਼ੁਰੂ ਹੋਣ ਲੱਗ ਪੈਣੀ। ਸੋ ਏਕਤਾ ਰੱਖੋ, ਤਕੜੇ ਰਹੋ। ਪੰਜਾਬ ਦੀ ਜਿਹੜੀ ਸੰਗਤ ਆ, ਅਸੀਂ ਉਹਨੂੰ ਅਪੀਲ ਕਰਦੇ ਹਾਂ, ਤੁਸੀਂ ਪੰਜਾਬ ਦੇ ਵਿੱਚ ਜਦੋਂ ਵੀ ਕੋਈ 10 ਬੰਦੇ ਵਾਪਸ ਆਉਂਦੇ ਅੰਦੋਲਨ ਤੋਂ, ਤੁਸੀਂ 10-15 ਹੋਰ ਇੱਕਦਮ ਭੇਜੋ। ਉੱਥੇ ਇੱਦਾਂ ਲੱਗੇ ਪਈ ਥੋੜ੍ਹੀ ਸੰਗਤ ਹੋਣ ਲੱਗ ਪਈ ਆ। ਸੋ ਪੰਜਾਬ ਦੀ ਜਿਹੜੀ ਸੰਗਤ ਆ, ਮੈਂ ਤੁਹਾਨੂੰ ਅਪੀਲ ਕਰ ਸਕਦਾ, ਮੈਨੂੰ ਹਰਿਆਣੇ ਵਾਲੇ ਘੱਟ ਹੀ ਜਾਣਦੇ ਆ, ਜਿੱਥੇ ਵੀ ਹੈਗੇ ਆ, ਜਿੰਨੀਆਂ ਟਰਾਲੀਆਂ ਆ ਰਹੀਆਂ
ਉਨੀਆਂ ਵਾਪਸ ਜਾਣੀਆਂ ਚਾਹੀਦੀਆਂ ਆ। ਭਈ ਇਹਦੇ ਵਿੱਚ ਇਹ ਨਾ ਫਰਕ ਲੱਗਣ ਲੱਗ ਪਏ ਭਈ ਥੋੜ੍ਹੇ ਬੰਦੇ ਘੱਟ ਹੋਣ ਲੱਗ ਪਏ। ਜਦੋਂ ਇਹ ਫਰਕ ਪੈਣ ਲੱਗ ਪਿਆ ਸਰਕਾਰ ਨੇ ਕਹਿਣਾ ਹੁਣ ਸਾਡੀ ਕੋਈ ਗੱਲ ਕਰਨ ਦੀ ਲੋੜ ਨਹੀਂ, ਕਿਉਂਕਿ ਅੰਦੋਲਨ ਹੁਣ ਮਾੜਾ ਜਿਹਾ ਹਲਕਾ ਹੋਣ ਲੱਗ ਪਿਆ। ਇਹ ਤੁਸੀਂ ਨਹੀਂ ਹੋਣ ਦੇਣਾ। ਤੁਸੀਂ ਜਿਹੜੇ ਵੀ ਮੋਰੇ ਲੀਡਰਸ਼ਿਪ ਹੈ ਉਹਨੂੰ ਫੁੱਲ ਸਪੋਰਟ ਦੇਵੋ। ਅਤੇ ਅਸੀਂ ਅਪੀਲ ਕੀਤੀ ਲੀਡਰਸ਼ਿਪ ਨੂੰ ਏਕਤਾ ਦੀ, ਅਤੇ ਪਿੱਛੇ ਤੁਸੀਂ ਬਿਲਕੁਲ ਖੜ੍ਹੇ ਆ। ਇਹ ਜੇ ਦੋ ਚੀਜ਼ਾਂ ਰਹਿਣ, ਏਕਤਾ ਰਵੇ ਕਿਸਾਨ ਲੀਡਰਾਂ ਦੀ, ਅਤੇ ਦੂਜੇ ਪਾਸੇ ਤੁਹਾਡਾ ਪਿੱਛੇ ਜ਼ੋਰ ਰਵੇ। ਇੱਕ ਟਰਾਲੀ ਗਈ ਆ, ਘੱਟ ਤੋਂ ਘੱਟ ਇੱਕ ਟਰਾਲੀ ਵਾਪਸ ਗਈ ਆ, ਅਤੇ ਇੱਦਾਂ ਲੱਗੇ ਭਈ ਅੰਦੋਲਨ ਹਲਕਾ ਹੋ ਗਿਆ, ਭਈ ਸੰਗਤ ਚਲੀ ਜਾਂਦੀ ਆ। ਇਹ ਦੋ ਚੀਜ਼ਾਂ ਕਰਕੇ ਫੇਲ ਨਹੀਂ ਹੋਣਾ। ਮਹੀਨੇ ਵਿੱਚ ਸਾਨੂੰ ਗੌਰਮੈਂਟ ਜੋ ਤੁਹਾਨੂੰ ਚਾਹੀਦਾ ਦੇ ਦੇਊਗੀ, ਕਿਉਂਕਿ ਉਹ ਦੇਖਦੇ ਭਈ ਇੱਕ ਨੰਬਰ ਆ ਵੀ ਫੁੱਟ ਪੈ ਜਾਵੇ। ਦੂਜੀ ਗੱਲ ਆ ਜਿਹੜਾ ਅੰਦੋਲਨ ਆ ਉਹ 'ਚ ਸੰਗਤ ਘੱਟ ਹੋ ਜਾਵੇ, ਫਿਰ ਸੰਗਤ ਫਿਰ ਕਹਿ ਸਕਦੀ ਲੀਡਰਾਂ ਨੂੰ ਗੌਰਮੈਂਟ ਦੇਖੋ ਤੁਹਾਡੇ ਅੰਦੋਲਨ ਦਾ ਹੁਣ ਸੰਗਤ ਘੱਟ ਹੋ ਗਈ ਆ, ਹੁਣ ਸਾਨੂੰ ਤੁਹਾਡੀ ਗੱਲ ਕਰਨ ਦੀ ਲੋੜ ਹੀ ਨਹੀਂ ਗੀ, ਹੌਲੀ ਹੌਲੀ ਸਾਰੀ ਵਾਪਸ ਚੱਲ ਜਾਣਾ, ਸੰਗਤ ਨੇ ਵਾਪਸ ਚੱਲ ਜਾਣਾ। ਸੋ ਪੰਜਾਬ ਦੀ ਸੰਗਤ ਨੂੰ ਇਹ ਮੇਰੀ ਬੇਨਤੀ ਆ, ਤੁਸੀਂ ਡਟ ਕੇ ਜਾਈ ਜਾਓ। ਜਿੰਨੇ ਆਉਂਦੇ ਓਨੇ ਵਾਪਸ ਅੰਦੋਲਨ 'ਤੇ ਹੋਣੇ ਚਾਹੀਦੇ ਆ, ਪਿੰਡਾਂ ਤੋਂ ਪਿੰਡ। ਜੇ ਪਿੰਡਾਂ ਨੂੰ ਕੋਈ ਮੁਸ਼ਕਿਲ ਆ, ਸਾਡੇ ਵੱਲੋਂ ਅਸੀਂ ਕੁਛ ਕਰ ਸਕਦੇ ਹਾਂ, ਸਾਨੂੰ ਕੰਟੈਕਟ ਕਰੋ। ਖਾਲਸਾ ਏਡ ਸਾਡੀ ਇੰਡੀਆ ਟੀਮ ਆ, ਅਮਰਪ੍ਰੀਤ ਸਿੰਘ ਚੜ੍ਹਦੀ ਕਲਾ ਸੇਵਾ ਕਰ ਰਹੇ ਆ, ਸਾਡੀ UK ਵਿੱਚ ਟੀਮ ਆ, ਤੁਹਾਡੀ ਅਸੀਂ ਮਦਦ ਕਰਾਂਗੇ। ਅਮਰਪ੍ਰੀਤ ਸਿੰਘ ਪਟਿਆਲੇ ਆਫਿਸ ਜਲੰਧਰ, ਅਤੇ ਹੋਰ ਵੀ ਟੀਮਾਂ ਹੈਗੀਆਂ ਜਿਹੜੀਆਂ ਕੰਟੈਕਟ ਕਰ ਸਕਦੇ ਆ। ਦੱਸੋ ਤੁਹਾਨੂੰ ਕੀ ਲੋੜ ਆ, ਸਪੈਸ਼ਲੀ ਜੇ ਉੱਥੇ ਖੇਤੀਬਾੜੀ ਵਿੱਚ ਕੋਈ ਪ੍ਰੋਬਲਮ ਆ ਜਾਂ ਕੋਈ ਹੋਰ ਚੀਜ਼ ਚਾਹੀਦੀ ਪਿੰਡਾਂ ਦੇ ਵਿੱਚ। ਜਦ ਤੱਕ ਕਿਸਾਨ ਮੋਰੇ ਸੰਘਰਸ਼ ਕਰ ਰਹੇ ਆ, ਅਸੀਂ ਤੁਹਾਡੀ ਕੋਸ਼ਿਸ਼ ਕਰਾਂਗੇ ਇਨਸਾਨੀਅਤ ਤੌਰ 'ਤੇ ਮਦਦ ਕਰਨ ਦੀ। ਪਰ ਇਹ ਜਿਹੜਾ ਅੰਦੋਲਨ ਆ, ਬਿਲਕੁਲ ਜਿਹੜਾ ਮੋਰਚਾ ਇਹ ਫਤਿਹ ਹੋ ਜਾਣਾ ਜੇ ਕਿਸਾਨ ਲੀਡਰ ਯੂਨਿਟੀ ਰੱਖਣ, ਉੱਧਰੋਂ ਸੰਗਤ ਬਿਲਕੁਲ ਡਟ ਕੇ ਉਹੀ ਨੰਬਰ ਜਿਹੜੇ ਆ ਘੱਟ ਨਾ ਹੋਣ ਦੇਣ, ਵਧੀ ਜਾਓ। ਜੇ 10 ਐਕਸਟਰਾ ਆ ਗਏ, 100 ਐਕਸਟਰਾ ਆ ਗਏ, ਵਾਧੂ ਆ ਗਏ, ਅੰਦੋਲਨ ਹਲਕਾ ਨਾ ਲੱਗੇ। ਬਿਲਕੁਲ ਇੱਦਾਂ ਲੱਗੇ ਭਈ ਅਸੀਂ ਤਾਂ 2 ਸਾਲ ਦੇ ਆਉਣ ਨੂੰ ਤਿਆਰ ਹਾਂ, 20 ਸਾਲ ਆਉਣ ਨੂੰ ਤਿਆਰ ਹਾਂ, ਕਿਉਂਕਿ ਪਿੱਛੇ ਨਹੀਂ ਹਟਣਾ। ਕਈ ਵਾਰੀ ਜਦੋਂ ਅੰਦੋਲਨ ਇੱਦਾਂ ਹੁੰਦੇ, ਮੋਰਚੇ ਹੁੰਦੇ ਆ, ਜਿਹੜੇ ਨੰਬਰ ਘੱਟ ਹੋਣ ਲੱਗ ਪੈਂਦੇ, ਤਾਂ ਫਿਰ ਗੌਰਮੈਂਟ ਨੇ ਕਹਿਣਾ ਹੁਣ ਚਲੋ ਜੀ, ਹੁਣ ਤਾਂ ਕੋਈ ਸਾਡੀ ਲੋੜ ਨਹੀਂ ਗੀ ਇੱਥੇ ਨੈਗੋਸ਼ੀਏਟ ਕਰਨ ਦੀ। ਉਹ ਨੈਗੋਸ਼ੀਏਟ ਤਾਂ ਹੀ ਮੀਟਿੰਗਾਂ ਕਰਦੇ ਆ, ਉਹ ਚਾਹੁੰਦੇ ਆ ਇਹਦਾ ਹੱਲ। ਸਰਕਾਰ ਇਹਦਾ ਹੱਲ ਚਾਹੁੰਦੀ ਆ, ਨਹੀਂ ਤਾਂ ਮੀਟਿੰਗ ਵੀ ਕਰਨਾ ਚਾਹੁੰਦੀ ਸੀਗੀ। ਮੀਟਿੰਗਾਂ ਨਹੀਂ ਕਰੂਗੀ। ਮੀਟਿੰਗਾਂ ਦੇ ਵਿੱਚ ਉਹ ਟੈਸਟ ਕਰ ਰਹੇ ਆ ਇਸ ਵੇਲੇ ਕਿਸਾਨਾਂ ਨੂੰ, ਭਈ ਅਸੀਂ ਇਹਨਾਂ ਨੂੰ ਕਿੱਦਾਂ ਕਰਨਾ, ਕਿੱਦਾਂ ਨਹੀਂ ਕਰਨਾ। ਜਿਹੜੇ NIA ਦੇ ਨੋਟਿਸ ਜਿਹੜੇ ਆਏ ਆ ਗੌਰਮੈਂਟ ਤੋਂ 40 ਇੰਡੀਵਿਜੂਅਲ ਅਤੇ ਜਥੇਬੰਦੀਆਂ ਨੂੰ, ਇਹਦੇ ਵਿੱਚ ਖਾਲਸਾ ਏਡ ਨੂੰ ਵੀ ਆਏ ਆ, ਉਹ ਬਿਲਕੁਲ ਡਰਾਉਣ ਨੂੰ ਆਏ ਆ। ਭਈ ਉਹ ਕਹਿ ਸਕਦੇ ਮਗਰੋਂ ਲਓ ਜੀ ਤੁਸੀਂ ਆਹ ਗੱਲ ਨਾ ਕਰੋ, ਅਸੀਂ ਫਿਰ NIA ਦੇ ਨੋਟਿਸ ਪਿੱਛੇ ਕਰ ਦਿੰਦੇ ਆ। ਉਹ ਜਾਣ ਕੇ ਸਾਰੀ ਗੇਮਾਂ ਆ, ਕਿਉਂਕਿ ਜਿਹਨੇ ਕੋਈ ਗਲਤ ਨਹੀਂ ਕੰਮ ਕੀਤਾ ਉਹਦੇ ਉੱਪਰ ਕੀ ਝੂਠੇ ਇਲਜ਼ਾਮ, ਕਿੰਨੇ ਝੂਠੇ ਇਲਜ਼ਾਮ ਲਾ ਲੂਗੇ। ਸਾਨੂੰ ਪਤਾ ਭਈ ਪਹਿਲਾਂ ਵੀ ਇੱਦਾਂ ਹੋਏ ਆ। ਖਾਲਸਾ ਏਡ ਦੇ ਉੱਪਰ ਇਹ ਪਹਿਲੀ ਵਾਰੀ ਇਹ ਨਹੀਂ ਹੋਇਆ NIA ਦਾ, ਪਹਿਲਾਂ ਹੋਇਆ ਸੀ 2012 ਵਿੱਚ। ਉਦੋਂ ਦੀਆਂ ਸਾਨੂੰ ਧਮਕੀਆਂ, ਪਰਸਨਲੀ ਮੈਨੂੰ ਧਮਕੀਆਂ ਮਿਲਦੀਆਂ ਰਹਿੰਦੀਆਂ, ਜਾਂ ਸਾਡੇ ਟੀਮਾਂ ਨੂੰ ਭਈ ਤੁਹਾਡੇ ਖਿਲਾਫ ਉੱਥੇ NIA ਦੇ ਰਜਿਸਟ੍ਰੇਸ਼ਨ ਕੀਤਾ ਆ, ਤੁਹਾਨੂੰ ਅੱਤਵਾਦੀ ਲਿਖਿਆ ਹੈ 2000, ਜਦੋਂ ਮਰਜ਼ੀ ਤੁਹਾਨੂੰ, ਜਦੋਂ ਤੁਸੀਂ ਪੰਜਾਬ ਆਉਂਦੇ ਤੁਹਾਨੂੰ ਚੱਕ ਸਕਦੇ ਆ। ਅਤੇ ਮੈਂ ਤਾਂ ਪੰਜਾਬ ਆਉਂਦਾ ਰਹਿੰਦਾ, ਚੱਕਣਾ ਚੱਕ ਲਓ। ਉਹੀ ਗੱਲ ਹੈ ਭਈ ਉਹ ਤੁਸੀਂ ਕਿੰਨੇ ਬੰਦੇ ਨੂੰ ਡਰਾ ਦੋਗੇ। ਸਾਡੇ ਵਰਗੇ ਢੀਠ ਬੰਦੇ ਨਹੀਂ ਡਰਦੇ। ਕਿੰਨਾ ਚਿਰ ਤੁਸੀਂ ਬੰਦ ਕਰੋਗੇ? 20 ਸਾਲ 10 ਸਾਲ। ਜਿਹੜੀ ਤੁਸੀਂ ਜਿਹੜਾ ਝੂਠ ਬੋਲਣਾ, ਝੂਠ ਨੂੰ ਤੁਸੀਂ ਬੰਦ ਕਰ ਸਕਦੇ, ਸੱਚ ਨੂੰ ਨਹੀਂ। ਜਿਹੜਾ ਕੋਈ ਸੱਚ ਦੇ ਉੱਤਰ ਆਇਆ ਜਾਂ ਕੋਈ ਸੇਵਾ ਕਰਦੇ ਆ ਜਿਹਦੇ ਉੱਪਰ ਤੁਸੀਂ ਇੱਦਾਂ ਦੇ ਝੂਠੇ ਇਲਜ਼ਾਮ ਲਾਏ, NIA ਦੇ ਸਮਨਸ, ਉਹ ਤੁਸੀਂ ਕਿੰਨੇ ਬੰਦੇ ਉੱਪਰ ਲਾ ਦੋਗੇ। ਉਹ ਬੰਦੇ ਨੂੰ ਡਰਾਉਂਦੇ ਆ ਵੀ ਸਾਡੇ ਵਰਗੇ, ਇਹ ਮੈਂ ਉਹੀ ਕਿਹਾ ਵੀ 2012 ਤੋਂ ਸਾਡੇ ਖਿਲਾਫ ਇਹਨਾਂ ਨੇ ਸਮਨ ਕੀਤੇ ਹੋ ਆ NIA ਵਾਲਿਆਂ ਨੇ, ਵੀ ਸਾਨੂੰ ਕੰਟਰੋਲ ਕਰਨ ਨੂੰ, ਸਾਨੂੰ ਝੁਕਾਉਣ ਨੂੰ, ਭਈ ਇਹ ਝੁਕ ਜਾਊਗੇ, ਇਹ ਨਾ ਗੱਲ ਕਰੂਗੇ ਇੰਟਰਨੈਟ 'ਤੇ, ਇਹ 84 ਦੀ ਗੱਲ ਨਹੀਂ ਕਰੂਗੇ, ਇਹ ਝੂਠੇ ਮੁਕਾਬਲਿਆਂ ਦੀ ਗੱਲ ਨਹੀਂ ਕਰੂਗੇ ਜੋ ਪੰਜਾਬ 'ਚ ਹੋਇਆ ਅਤੇ ਜੋ ਬੇਇਨਸਾਫੀ ਹੋਈ ਆ। ਅਤੇ ਉਹਨੀ ਕੋਸ਼ਿਸ਼ ਕੀਤੀ, ਪਰ ਅਸੀਂ ਆਪਣਾ ਮੂੰਹ ਨਹੀਂ ਬੰਦ ਕੀਤਾ। ਮੈਂ ਆਉਂਦਾ ਰਹਿੰਦਾ ਪੰਜਾਬ, ਜਦ ਤੱਕ ਮੈਨੂੰ ਵੀਜ਼ੇ ਮਿਲ ਜਾਂਦੇ ਮੈਂ ਆ ਜਾਣਾ। ਸੋ ਜੇ ਕਹਿੰਦੇ ਫੜਨਾ ਫੜ ਲਓ, ਪਰ ਇਹ ਨਹੀਂ ਕੋਈ ਸਮਝਣਾ ਭਈ ਸਾਡੇ ਵਰਗੇ ਇੱਦਾਂ ਚੀਜ਼ਾਂ ਡਰਦੇ ਆ। ਸਾਨੂੰ ਕੋਈ ਡਰ ਨਹੀਂ ਗਾ, ਸਾਨੂੰ ਇਹ ਡਰ ਆ ਭਈ ਜਿਹੜੀ ਸੇਵਾ ਚੱਲਦੀ ਆ, ਸੇਵਾ ਫੇਲ ਨਾ ਹੋਵੇ। ਬਾਕੀ ਦੁਨੀਆ ਵਿੱਚ ਸਾਰੇ ਨੂੰ ਆਉਣਾ ਜਾਣਾ ਅਤੇ ਮਰਨਾ ਵੀ ਇੱਕ ਵਾਰੀ ਆ, ਇਹਦੇ ਕੋਈ ਡਰ ਨਹੀਂ ਗਾ। ਸੋ ਅਸੀਂ ਕਿਸੇ ਨੂੰ ਨਫ਼ਰਤ ਨਹੀਂ ਕਰਦੇ, ਅਸੀਂ ਕਿਸੇ ਸਰਕਾਰ ਦੇ ਖਿਲਾਫ ਨਹੀਂ, ਕਿਸੇ ਇੰਡੀਵਿਜੂਅਲ ਦੇ ਖਿਲਾਫ ਨਹੀਂ, ਅਸੀਂ ਸਿਸਟਮ ਦੇ ਖਿਲਾਫ ਹਾਂ। ਸਿਸਟਮ, ਜਿਹੜੀਆਂ ਸਰਕਾਰਾਂ ਆਉਂਦੀਆਂ
ਉਹ ਹੀ ਸਿਸਟਮ ਫੇਸ ਕਰਦੀਆਂ, ਜਿਹੜਾ ਸਿਸਟਮ ਬਹੁਤ ਗਲਤ ਆ। ਇੱਕ ਸਿਸਟਮ ਇੱਦਾਂ ਦਾ ਇੱਥੇ ਦਾ ਇੰਡੀਆ ਦਾ ਬਣਾਇਆ ਆ ਭਈ ਜਿਹੜੇ ਸਰਕਾਰ ਦੇ ਪੋਲੀਟੀਸ਼ੀਅਨ ਆ ਉਹ NIA ਵਰਗਿਆਂ ਨੂੰ, ਜਿਹੜੇ NIA ਸਟਾਫ ਆ ਜਾਂ ਜੇ ਇੰਟੈਲੀਜੈਂਸ ਬਿਊਰੋ ਦੇ ਸਟਾਫ ਆ, ਉਹ ਵੀ ਸਾਡੇ ਵਰਗੇ ਹੀ ਆ। ਉਹਨਾਂ ਨੂੰ ਵਰਤਦੇ ਆ ਜਿੱਦਾਂ ਕਿ ਹਥਿਆਰ ਬਣਾ ਕੇ। ਹੁਣ ਇੱਥੇ UK ਵਿੱਚ ਅਸੀਂ ਆ, ਸਾਡੀ ਬਹੁਤ ਵੱਡੀ ਇੰਟੈਲੀਜੈਂਸ ਸਰਵਿਸਿਜ਼ ਆ, ਸਾਡੀ ਸਰਕਾਰ ਸਾਨੂੰ ਸਾਡੇ ਖਿਲਾਫ ਨਹੀਂ ਉਹ ਯੂਜ਼ ਨਹੀਂ ਕਰਦੀ। ਉੱਥੇ ਹਰ ਵਾਰੀ ਧਮਕੀਆਂ। ਸਰਕਾਰ ਆਉਂਦੀ ਆ, ਜਿਹੜੀ ਸਰਕਾਰ ਉਹਦੇ ਜੇਬ 'ਚ ਪੁਲਿਸ ਆ, ਜਿਹੜੀ ਸਰਕਾਰ ਆ ਉਹਦੇ ਜੇਬ 'ਚ ਇੰਟੈਲੀਜੈਂਸ ਬਿਊਰੋ ਜਾਂ NIA। ਜਿਹੜੇ NIA ਆ ਜਾਂ ਇੰਟੈਲੀਜੈਂਸ ਬਿਊਰੋ ਵਾਲੇ ਉਹ ਸਾਡੇ ਤੋਂ ਡਿਫਰੈਂਟ ਨੇਗੇ, ਉਹ ਵੀ ਇਨਸਾਨ ਆ। ਉਹਦੇ ਉੱਪਰ ਜ਼ੋਰ ਪਾਇਆ ਜਾਂਦਾ ਕਿ ਇਹਨਾਂ ਨੂੰ ਫੜ ਲਓ, ਇਹਨਾਂ ਦੇ ਉੱਪਰ ਲਾ ਲਓ। ਉਹ ਮੇਰਾ ਖਿਆਲ ਉਹਦੇ ਵਿੱਚੋਂ ਵੀ ਨਹੀਂ ਚਾਹੁੰਦੇ ਹੋਊਗੇ ਵੀ ਸਾਨੂੰ ਤੰਗ ਕਰਨਾ। ਸੋ ਅਸੀਂ ਕਿਸੇ ਇੰਡੀਵਿਜੂਅਲ ਦੇ ਖਿਲਾਫ ਨਹੀਂ, ਕਿਸੇ ਧਰਮ ਦੇ ਖਿਲਾਫ ਨਹੀਂ। ਅਸੀਂ ਬਸ ਇਨਸਾਨੀਅਤ ਤੌਰ 'ਤੇ ਜੋ ਚੀਜ਼ ਮਾੜੀ ਆ, ਜੋ ਸਾਡੇ ਉੱਪਰ ਹੋਇਆ ਹਿਊਮਨ ਰਾਈਟਸ ਦੀ ਗੱਲ, ਉਹ ਤਾਂ ਅਸੀਂ ਕਰੀ ਜਾਣੀ ਆ। ਸੋ ਜਿਹੜੇ ਇਸ ਵੇਲੇ NIA ਦੇ ਸਮਨ ਹੋਏ ਆ, ਉਹਦੇ ਵਿੱਚ ਸਾਨੂੰ ਕੋਈ ਡਰ ਨਹੀਂ ਗਾ, ਕੋਈ ਅਸੀਂ ਗਲਤ ਨਹੀਂ ਕੋਈ ਕੰਮ ਕੀਤਾ। ਅਤੇ ਸਾਡੀ ਇਹੀ ਬੇਨਤੀ ਸਾਰਿਆਂ ਨੂੰ ਆ, ਡਟ ਕੇ ਰਹੋ ਅਤੇ ਇੱਕ ਦੂਜੇ ਦਾ ਸਾਥ ਦੇਵੋ ਅਤੇ ਏਕਤਾ ਰੱਖੋ। ਸਾਰੇ ਜਥੇਬੰਦੀਆਂ ਨੂੰ ਇਹ ਅਪੀਲ ਆ, ਏਕਤਾ ਰੱਖੋ। ਏਕਤਾ ਰੱਖੋਗੇ ਤਾਂ ਤੁਹਾਨੂੰ ਕੋਈ ਫੇਲ ਨਹੀਂ ਹੋਊਗਾ। ਸੋ ਜੇ ਕਿਸੇ ਨੇ ਹੋਰ ਕੋਈ ਸਵਾਲ ਪੁੱਛਣੇ, ਉਹ ਅਸੀਂ ਅਗਲੇ ਹਫ਼ਤੇ ਪ੍ਰੋਗਰਾਮ ਕਰਾਂਗੇ ਜਿਹਦੇ ਵਿੱਚ ਸਵਾਲ ਜਵਾਬ ਅਸੀਂ ਕਰ ਸਕਦੇ। ਮੈਂ ਹੁਣ ਵੇਟ ਕਰਦਾ ਸੀਗਾ ਇੱਕ ਮੈਸੇਜ ਦੀ ਅਤੇ ਅਨਾਊਂਸ ਕਰਨ ਦੀ ਇੱਕ ਗੱਲ, ਪਰ ਮੇਰਾ ਖਿਆਲ ਮੈਸੇਜ ਨਹੀਂ ਆਇਆ। ਅਸੀਂ ਕਿੱਥੇ ਗਏ? ਨਹੀਂ, ਮੈਸੇਜ ਹਾਲੇ ਤੱਕ ਆਇਆ। ਅਸੀਂ ਜ਼ਰੂਰ ਕਰਾਂਗੇ ਇੱਕ ਦੋ ਇੰਟਰਵਿਊ ਹੋਰ ਅੱਜ ਜਾਂ ਮੰਡੇ ਨੂੰ ਰਿਕਾਰਡ ਪੰਜਾਬ ਦੇ ਪੋਲੀਟੀਸ਼ੀਅਨਾਂ ਨਾਲ ਅਤੇ ਜਿਹੜੇ ਮੋਹਰੇ ਐਕਟਿਵਿਸਟ ਆ। ਸੋ ਤੁਹਾਡਾ ਸਾਰਿਆਂ ਦਾ ਧੰਨਵਾਦ। ਇਹ ਆਪਣੀ ਜਿਹੜੀ ਤੁਹਾਡੀ ਖਾਲਸਾ ਸੰਸਥਾ ਆ, ਚੜ੍ਹਦੀ ਕਲਾ ਆ, ਫਿਕਰ ਨਾ ਕਰੋ। ਅਤੇ ਜਿਹੜੀਆਂ ਬਾਕੀ ਸੰਸਥਾ ਨੂੰ ਜਿਹੜੇ ਇਸ ਵੇਲੇ ਮੋਹਰੇ ਹੋ ਕੇ ਬਹੁਤ ਸੇਵਾ ਕਰ ਰਹੀਆਂ ਅੰਦੋਲਨ ਵਿੱਚ, ਤਹਿ ਦਿਲੋਂ ਧੰਨਵਾਦ। ਸਪੈਸ਼ਲੀ ਨੌਜਵਾਨਾਂ ਦਾ, ਜਿਹੜੇ ਦਿਨ ਰਾਤ ਆ ਕੇ ਸੇਵਾ ਕਰਦੇ। ਤੁਸੀਂ ਬਿਲਕੁਲ ਸਾਡੇ ਹੀਰੋ ਆ, ਕਿਸਾਨ ਸਾਡੇ ਹੀਰੋ ਆ। ਡਟ ਕੇ ਲੱਗੇ ਰਹੋ। ਸਾਰੀ ਕੌਮ, ਸਾਰਾ ਪੰਥ ਤੁਹਾਡੇ ਨਾਲ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।